वाहिगुरु जी का खालसा, वाहिगुरु जी की फतेह जी। My name is Dr. Kripal Singh, and I want to express our gratitude to Meghraj Singh and Voice of Manavta TV for this opportunity to host this program. And we have a very nice team of participants and audience. And ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ, ਰਾਮ ਰਾਮ, ਸਲਾਮ, ਸਤਨਾਮ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। And I want you to know that the views expressed in this program are strictly our own personal views. These are not the official views of Voice of Manavta. And please subscribe to the program if you're not already doing it. If you are, we appreciate it, and tell other people too. And whatever help you can do to make this program more successful, that will be appreciated as well. So now we're going to start our program today, a new series, which is about Sri Guru Granth Sahib. Sri Guru Granth Sahib, we'll have an overview of it today, and then we will talk about in series of programs, different authors which contribute to Sri Guru Granth Sahib, that what lessons we learned from their Vani, and what is their message, and how they happen to be included in this wonderful work. And we will also talk about, is this monopoly of Sikhs only, the Guru Granth Sahib, or is it for the whole world? Or what are the different views and how we approach those matters? Now I will start with first welcome again to all the participants. I will start with Gyani Dharam Singh Ji to give us a little view, briefly for 3 minutes, overview of what he thinks about Guru Granth Sahib. हाँ जी, मैं जी, हाँ जी ज्ञानी जी शुरू करो। वाहिगुरु जी का खालसा, वाहिगुरु जी की फतेह। श्री गुरु ग्रंथ ਸਾਹਿਬ ਜੀ ਦੇ ਬਾਰੇ ਗੁਰੂ ਸਾਹਿਬ ਜੀ ਦੀ ਬਾਣੀ 'ਚ ਬਹੁਤ ਕੁਝ ਲਿਖਿਆ ਹੋਇਆ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਔਰ ਇਹਦੇ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਇਹਦੇ ਸੂਤ 'ਚ ਪਰੋਇਆ ਗਿਆ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਹ ਵੀ ਕਿਹਾ ਗਿਆ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਜਮ ਵਰਨਾ ਸਾਂਝਾ। ਤੇ ਇਹਦੇ ਵਿੱਚ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਸੀ ਸਮਾਜ ਵਿੱਚ, ਜਾਤ ਪਾਤ ਦੀਆਂ, ਮਜ਼ਹਬਾਂ ਦੀਆਂ, ਕਰਮ ਕਾਂਡਾਂ ਦੀਆਂ, ਉਹ ਸਾਰੀਆਂ ਨੂੰ ਤੋੜ ਕੇ ਤੇ ਮਨੁੱਖ ਨੂੰ ਉੱਚਾ ਸੁੱਚਾ ਆਚਰਣ ਰੱਖਣ ਕਰਤੇ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਗਿਆ। ਔਰ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਵੱਖ-ਵੱਖ ਮਜ਼ਹਬਾਂ ਨਾਲ ਸੰਬੰਧਿਤ, ਜਾਤਾਂ ਬਰਾਦਰੀਆਂ ਨਾਲ ਸੰਬੰਧਿਤ ਉਹਨਾਂ ਨੇ 15 ਭਗਤਾਂ ਦੀ ਬਾਣੀ ਜਿਹੜੀ ਆ ਉਹ ਵੀ ਨਾਲ ਇਕੱਤਰ ਕੀਤੀ। ਆਪਣੀ 6 ਗੁਰੂ ਸਾਹਿਬਾਨ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਆ, 15 ਭਗਤਾਂ ਦੀ, 11 ਭੱਟਾਂ ਦੀ ਤੇ 3 ਗੁਰਸਿੱਖਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਆ। ਤੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਸਮੁੱਚੀ ਮਾਨਵਤਾ ਦੇ ਭਲੇ ਲਈ ਔਰ ਸਾਰਿਆਂ ਦੀ ਸਾਂਝੀ ਆ। ਤੇ ਜਿੱਥੋਂ ਤੱਕ ਇਹ ਬਣਦਾ ਆ ਕਿ ਸਿੱਖਾਂ ਦਾ ਗੁਰੂ ਆ, ਅਸੀਂ ਗੁਰੂ ਮੰਨਦੇ ਆ, ਪਰ ਇਹਦੇ ਤੇ ਇਕੱਲਾ ਸਾਡਾ ਅਧਿਕਾਰ ਨਹੀਂ ਆ। ਇਹਨੂੰ ਜਿਹੜਾ ਵੀ ਕੋਈ ਮਨੁੱਖ ਪੜ੍ਹਨਾ ਚਾਹੇ ਪੜ੍ਹ ਸਕਦਾ, ਵਿਚਾਰ ਸਕਦਾ ਔਰ ਇਹਦੇ ਤੋਂ ਸੇਧ ਲੈ ਸਕਦਾ ਜੀ। ਥੈਂਕ ਯੂ ਗਿਆਨੀ ਜੀ। ਗਿਆਨੀ ਸੁੱਚਾ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦੱਸੋ ਓਵਰਵਿਊ ਅਬਾਊਟ ਗੁਰੂ ਗ੍ਰੰਥ ਸਾਹਿਬ। ਜੀ ਸਰ, ਬਹੁਤ ਵਧੀਆ ਜੀ। ਪਹਿਲੇ ਤੇ ਪ੍ਰਿੰਸੀਪਲ ਧਰਮ ਸਿੰਘ ਜੀ ਦਾ ਬਹੁਤ ਧੰਨਵਾਦ, ਬੜੀ ਵਿਸਥਾਰ ਦੇ ਨਾਲ ਉਹਨਾਂ ਨੇ ਜਿਹੜੀ ਅੰਦਰ ਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਹੈ। 35 ਮਹਾਂਪੁਰਖਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ ਹੈ। ਤੇ ਜਿਹੜੀ ਸਭ ਤੋਂ ਵੱਡੀ ਚੀਜ਼, ਕ੍ਰਾਂਤੀਕਾਰੀ ਚੀਜ਼ ਜਿਹੜੀ ਕਹਿ ਸਕਦੇ, ਜਿਹੜੀ ਪਹਿਲਾਂ ਨਹੀਂ ਕਿਸੇ ਲੱਭਦੀ, ਕਿਸੇ ਕਿਤਾਬਾਂ ਦੇ ਵਿੱਚ ਜਾਂ ਨਾ ਧਰਮਾਂ ਦੇ ਵਿੱਚ ਐਗਜ਼ਿਸਟ ਕਰਦੀ ਹੈ, ਤੇ ਆਈ ਵੁੱਡ ਸੇ ਕਿ ਸਿੱਖ ਜਗਤ ਨੂੰ ਵੀ ਸ਼ਾਇਦ ਉਹਦੀ ਪੂਰੀ ਤਰ੍ਹਾਂ ਸਮਝ ਨਹੀਂ ਲੱਗ ਰਹੀ, ਉਹ ਜਿਹੜੀ ਇੱਕ ਓਂਕਾਰ ਦਾ ਜਿਹੜਾ ਕਾਨਸੈਪਟ ਹੈ। ਠੀਕ ਹੈ ਜੀ। ਸੋ ਇੱਥੇ ਮੈਂ ਇਹ ਜ਼ਰੂਰ ਮੈਂਸ਼ਨ ਕਰਨਾ ਚਾਹੂੰਗਾ ਕਿ ਜਿਹੜਾ ਸਾਡਾ ਬੇਸਿਕ ਕ੍ਰੀਡ, ਮੂਲ ਮੰਤਰ ਅਸੀਂ ਕਹਿ ਦਿੰਦੇ ਹਾਂ, ਵੈਸੇ ਮੰਗਲਾਚਰਨ ਉਹਦਾ ਨਾਮ, ਅਪਰੋਪਰੀਏਟ ਨਾਮ ਜਿਹੜਾ ਮੰਗਲਾਚਰਨ ਹੋਣਾ ਚਾਹੀਦਾ, ਕਹਿਣਾ ਚਾਹੀਦਾ ਸਾਨੂੰ।
ਤੇ ਉਹ ਜਿਹੜਾ ਮੰਗਲਾਚਰਨ ਦਾ ਸਰੂਪ ਹੈ, ਉਹ ਜਿਹੜਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਹਮ ਗੁਰ ਪ੍ਰਸਾਦ। ਤੋ ਇਹ ਜਿਹੜਾ ਜੀ ਆਪਣੇ 31 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰੀ ਆਇਆ ਜੀ। ਹਾਂਜੀ। ਉਸ ਤੋਂ ਬਾਅਦ ਫਿਰ ਉਸ ਤੋਂ ਇੱਕ ਛੋਟਾ ਉਹਦਾ ਸਰੂਪ ਹੈਗਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਠੀਕ ਹੈ ਜੀ। ਸੋ ਉਹ 3 ਵਾਰੀ ਸ਼ਾਇਦ ਜਾਂ 8 ਵਾਰੀ ਇਸ ਤਰ੍ਹਾਂ, ਮਤਲਬ ਕਿ ਉਸ ਤੋਂ ਅਗਲਾ ਜਿਹੜਾ 3 ਵਾਰੀ 8 ਵਾਰੀ, ਸੋ ਇਸ ਤਰ੍ਹਾਂ ਟੋਟਲ ਜਿਹੜਾ ਕਰਕੇ ਕਈ ਵਾਰੀ ਆਉਂਦਾ ਹੈ। ਇੱਕ ਇਸ ਤੋਂ ਹੋਰ ਛੋਟਾ ਸਰੂਪ ਹੋ ਜਾਂਦਾ ਇਹਦਾ ਹੀ ਮੰਗਲਾਚਰਨ ਦਾ, ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ। ਉਸ ਤੋਂ ਬਾਅਦ ਆ ਜਾਂਦਾ ਇੱਕ ਓਂਕਾਰ ਸਤ ਗੁਰ ਪ੍ਰਸਾਦ। ਸੋ ਉਹ ਜਿਹੜਾ ਆ ਉਹ ਫਿਰ ਆਉਂਦਾ ਹੈਗਾ ਬਹੁਤ ਵਾਰੀ, ਤਕਰੀਬਨ 525 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੋ ਖੈਰ ਸਾਡਾ ਗਿਣਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਮੇਰੀ ਮਤਲਬ ਨੰਬਰ ਜਿਹੜੇ ਗਲਤ ਹੋ ਸਕਦੇ, ਇੱਧਰ ਉੱਧਰ ਹੋ ਸਕਦੇ ਆ, ਪਰ ਜਿਹੜਾ ਆਫਟਰ ਆਲ ਇਹ ਤੇ ਜਿਹੜੇ ਵਿਦਵਾਨ ਦੱਸਦੇ, ਜਿਨ੍ਹਾਂ ਨੇ ਪੜ੍ਹਿਆ ਸੁਣਿਆ ਵਿੱਚੋਂ, ਉਹ ਜਿਹੜੇ ਨੰਬਰ ਦੱਸਦੇ ਆ ਤੇ ਉਹ ਅਸੀਂ ਕਹਿ ਦਿੰਦੇ ਆ। ਗੱਲ ਇਹ ਹੈਗੀ ਕਿ ਜਿਹੜੀ ਇੱਕੋ ਹੀ ਚੀਜ਼ ਤੇ ਵਾਰ-ਵਾਰ ਐਮਫੈਸਿਸ ਨਾਲ ਕਿਉਂ ਆਉਂਦਾ ਹੈ ਹਨਾ ਜੀ। ਬਾਕੀ ਦੇ ਸ਼ਬਦ ਜਿਸ ਤਰ੍ਹਾਂ ਨਿਤਨੇਮ ਦੀਆਂ ਬਾਣੀਆਂ ਦੇ ਸ਼ਬਦ ਹੈਗੇ, ਗੁਰੂ ਗ੍ਰੰਥ ਸਾਹਿਬ ਦੇ ਨਿਤਨੇਮ ਦੀ ਮੈਂ ਗੱਲ ਕਰਾਂਗਾ ਜੀ, ਤੇ ਇਹਦੇ ਜੇ ਇਸ ਸਬਜੈਕਟ ਦੀ ਗੱਲ ਫੇਰ ਕਦੇ ਚੱਲੀ ਤਾਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਨਿਤਨੇਮ ਹੈ, ਸਭ ਤੋਂ ਪਹਿਲਾਂ ਜਪਜੀ ਸਾਹਿਬ, ਉਸ ਤੋਂ ਬਾਅਦ ਸੋਦਰ, ਉਸ ਤੋਂ ਬਾਅਦ ਸੋ ਪੁਰਖ, ਅੱਡ ਅੱਡ ਬਾਣੀਆਂ, ਉਸ ਤੋਂ ਬਾਅਦ ਸੋਹਿਲਾ। ਸੋ ਇਹ 4 ਬਾਣੀਆਂ ਜਿਹੜਾ ਨਿਤਨੇਮ ਦੀਆਂ ਸਾਡੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀਆਂ। ਤੇ ਇਹਦੇ ਵਿੱਚੋਂ ਜਿਹੜੀ ਸੋਦਰ, ਸੋ ਪੁਰਖ ਤੇ ਸੋਹਿਲਾ, ਇਹ 3 ਬਾਣੀਆਂ ਐਸੀਆਂ ਜੀ ਜਿਹੜੀਆਂ ਕੰਪਾਇਲ ਕੀਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੁਆਰਾ। ਕਿਉਂਕਿ ਇਹਨਾਂ ਦੇ ਕੱਲਾ ਕੱਲਾ ਸ਼ਬਦ ਜਿਹੜਾ ਤੁਸੀਂ ਪੜ੍ਹਦੇ ਹੋ, ਸੋਦਰ ਦੇ 5, ਸੋ ਪੁਰਖ ਦੇ 4 ਤੇ ਫਿਰ ਸੋਹਿਲੇ ਦੇ 5, ਇਹ ਅੱਡ ਅੱਡ ਬਾਣੀਆਂ ਅੱਡ ਅੱਡ ਜਗ੍ਹਾ ਤੇ ਅਗਾਂਹ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਾਂਦੇ ਆ। ਤਾਂ ਉਹਨਾਂ ਨੂੰ ਕੰਪਾਇਲ ਇੱਕ ਜਗ੍ਹਾ ਤੇ ਕਰਕੇ ਲਿਖਣਾ, ਉਹਦਾ ਕੋਈ ਖਾਸ ਮਕਸਦ ਹੋਣਾ ਗੁਰੂ ਅਰਜਨ ਦੇਵ ਜੀ ਦਾ। ਤੇ ਉਹਨਾਂ ਨੇ ਉਹ ਜਿਹੜੀ ਸਾਨੂੰ ਚੀਜ਼ ਦਿੱਤੀ ਹੈ, ਉਹ ਦਿੱਤੀ ਹੈਗੀ ਹੈ ਜੀ ਕਿ ਇਹ ਨਿਤਨੇਮ ਬਣਾਇਆ ਗਿਆ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੱਢ ਕੇ। ਹੁਣ ਗੱਲ ਇਹ ਹੈ ਕਿ ਜਿਹੜਾ ਇਹਦੇ ਸਾਰਿਆਂ ਦੇ ਅੱਗੇ ਫਿਰ ਗੁਰੂ ਮਹਾਰਾਜ ਜੀ ਮੰਗਲਾਚਰਨ ਲਿਖਦੇ ਆ। ਉਸ ਤੋਂ ਬਾਅਦ ਭਗਤਾਂ ਦੇ ਨਾਲ ਤੇ ਮੰਗਲਾਚਰਨ ਦਾ ਲੈਣਾ ਦੇਣਾ ਕੋਈ ਨਹੀਂ, ਭਗਤਾਂ ਨੇ ਤੇ ਉਚਾਰਨ ਨਹੀਂ ਕੀਤਾ, ਠੀਕ ਹੈ ਜੀ। ਲੇਕਿਨ ਭਗਤਾਂ ਦੀ ਬਾਣੀ ਦੇ ਨਾਲ ਵੀ ਗੁਰੂ ਅਰਜਨ ਦੇਵ ਜੀ ਉਹਨੂੰ ਲਾਉਂਦੇ ਆ। ਇਸੇ ਤਰ੍ਹਾਂ ਹੀ ਸੱਤਾ ਬਲਵੰਡ ਦੀ ਵਾਰ ਆਉਂਦੀ ਹੈ, ਉਹਨਾਂ ਦੇ ਨਾਲ ਵੀ ਲਾਉਂਦੇ। ਸੋ ਜਾਣੀ ਸਿੱਖਾਂ ਦੀ ਬਾਣੀ ਹੋਵੇ, ਭੱਟਾਂ ਦੀ ਬਾਣੀ ਹੋਵੇ, ਭਗਤਾਂ ਦੀ ਬਾਣੀ ਹੋਵੇ, ਉਹਦੇ ਨਾਲ ਸਾਰਿਆਂ ਦੇ ਨਾਲ ਇਹ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਮੰਗਲਾਚਰਨ ਦਾ ਸਰੂਪ ਆਉਣ ਦਾ ਕੋਈ ਖਾਸ ਕਾਰਨ ਹੋਣਾ, ਜਿਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਉਹਦੇ ਵਿੱਚ ਜਿਹੜਾ ਮੈਸੇਜ ਹੈ ਉਹ ਹੈਗਾ ਇੱਕ ਦਾ, ਉਹ ਹੈਗਾ ਵਨਨੈਸ ਦਾ। ਤੇ ਉਹ ਜਿਹੜਾ ਮੋਨਿਜ਼ਮ, ਠੀਕ ਹੈ ਜੀ, ਮੋਨੋਥੀਇਸਟਿਕ ਥਿਊਰੀ ਦਾ, ਉਹਦੇ ਵਿੱਚ ਅਸੀਂ ਸਿਰਫ ਜਿਹੜਾ ਪ੍ਰਮਾਤਮਾ ਤੇ ਸ੍ਰਿਸ਼ਟੀ ਨੂੰ ਸਾਰਿਆਂ ਨੂੰ ਇੱਕ ਮੰਨਦੇ ਹਾਂ। ਹਾਂਜੀ, ਅਸੀਂ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਨੂੰ ਇੱਕ ਮੰਨਦੇ ਹਾਂ। ਤੇ ਉਹ ਗੁਰੂ ਮਹਾਰਾਜ ਜਿਹੜਾ ਵਾਰ-ਵਾਰ ਜਿਹੜੀ ਸਾਨੂੰ ਵਿਚਾਰ ਦਿੰਦੇ ਆ ਕਿ ਇਹ ਸਰਵਣੋ ਮੇਰੇ ਹੋ ਸੱਚੇ ਸੁਣੇ ਬਿਠਾਏ, ਇਹ ਨੇਤਰੋ ਮੇਰੇ ਹੋ ਹਨਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹੋ ਹੀ ਹਰੀ ਦਾ ਰੂਪ। ਸੋ ਜੋ ਦਿਸੈ ਸੋ ਤੇਰਾ ਰੂਪ। ਸੋ ਇਹ ਜਿਹੜਾ ਕਾਨਸੈਪਟ ਹੈਗਾ, ਇਹ ਹੋਰ ਕਿਧਰੇ ਸਾਨੂੰ ਪਹਿਲਾਂ ਕਿਤੇ ਨਹੀਂ ਮਿਲਦਾ, ਕਿਧਰੇ ਵੀ ਨਹੀਂ ਮਿਲਦਾ। ਹਿੰਦੂਇਜ਼ਮ ਦੇ ਵਿੱਚ ਤਾਂ ਵੈਸੇ 33 ਕਰੋੜ ਹੈ। ਤੇ ਮੁਸਲਮਾਨ ਦਾ ਬਾਰੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਭਗਤ ਕਬੀਰ ਜੀ ਨੇ ਲਿਖ ਦਿੱਤਾ ਕਿ ਹਿੰਦੂ ਅੰਨਾ ਤੁਰਕੂ ਖਾਣਾ, ਠੀਕ ਹੈ ਜੀ, ਉਹਨੂੰ ਵੀ ਪੂਰਾ ਨਹੀਂ ਦਿਸਦਾ, ਉਹ ਵੀ ਅੱਧੇ ਦੇ ਵਿੱਚ ਹੀ ਦੇਖਦਾ, ਠੀਕ ਹੈ ਜੀ। ਇਸੇ ਤਰ੍ਹਾਂ ਹੀ ਜਿਹੜੀ ਬਾਕੀ ਕ੍ਰਿਸਚੈਨਿਟੀ, ਜੂਡਾਇਜ਼ਮ ਹੈਗਾ ਆ, ਉਹ ਸਾਰੇ ਦਾ ਸਾਰਾ ਜਿਹੜਾ ਪਰਮਾਤਮਾ ਤੇ ਸ੍ਰਿਸ਼ਟੀ ਨੂੰ ਅੱਡ ਕਰ ਕਰਕੇ ਦੇਖਦਾ। ਇੱਕ ਸਿੱਖ ਧਰਮ ਹੀ ਐਸਾ ਜਿਹਦੇ ਵਿੱਚ ਸਾਰੇ ਦੀ ਸਾਰੀ ਸ੍ਰਿਸ਼ਟੀ ਤੇ ਪ੍ਰਮਾਤਮਾ ਨੂੰ ਇੱਕ ਕਿਹਾ ਗਿਆ ਕਿ ਇਹੋ ਹੀ ਸ੍ਰਿਸ਼ਟੀ ਹੈ, ਇਹੋ ਹੀ ਪ੍ਰਮਾਤਮਾ ਹੈ। ਸ੍ਰਿਸ਼ਟੀ ਹੀ ਪ੍ਰਮਾਤਮਾ ਤੇ ਪ੍ਰਮਾਤਮਾ ਹੀ ਸ੍ਰਿਸ਼ਟੀ ਹੈ। ਸੋ ਮਤਲਬ ਸ੍ਰਿਸ਼ਟੀ ਸਾਡੀ ਜਿਹੜੀ ਇਸ ਧਰਤੀ ਦੇ ਉੱਪਰ ਨਹੀਂ ਖਤਮ ਹੁੰਦੀ। ਇਹ ਸਾਨੂੰ ਭੁਲੇਖਾ ਨਹੀਂ ਪੈਣਾ ਚਾਹੀਦਾ ਕਿ ਅਸੀਂ ਸ੍ਰਿਸ਼ਟੀ ਹਾਂ, ਸਿਰਫ ਨਹੀਂ, ਇਸ ਤੋਂ ਪਰਾਂ ਵੀ, ਦੂਰ ਵੀ ਧਰਤੀ ਹੋਰ ਪਰੇ ਹੋਰ ਉਹ ਵੀ ਸਾਰੀ ਸ੍ਰਿਸ਼ਟੀ ਹੈ, ਉਹ ਵੀ ਪ੍ਰਮਾਤਮਾ ਹੀ ਹੈ ਸਾਰਾ। ਸੋ ਇਹ ਜਿਹੜਾ ਇੱਕ ਯੂਨੀਕ ਕਾਨਸੈਪਟ ਹੈਗਾ, ਉਹਨੂੰ ਜੇਕਰ ਸਮਝ ਕੇ ਅਸੀਂ ਚੱਲਾਂਗੇ ਤਾਂ ਫਿਰ ਅਸੀਂ ਇਸ ਤਰੀਕੇ ਦੇ ਨਾਲ ਸਮਝਾਂਗੇ ਕਿ ਮੈਂ ਵੀ ਪ੍ਰਮਾਤਮਾ ਹੀ ਹਾਂ। ਤੇ ਹੁਣ ਜਿਹੜੇ ਪ੍ਰਮਾਤਮਾ ਦੇ, ਫਿਰ ਮੈਨੂੰ ਦੇਖਣਾ ਪੈਣਾ ਕਿ ਪ੍ਰਮਾਤਮਾ ਵਾਲੇ ਗੁਣ ਮੇਰੇ ਵਿੱਚ ਹੈ ਕਿ ਨਹੀਂ, ਮੈਨੂੰ ਪ੍ਰਮਾਤਮਾ ਬਣਾਉਂਦਾ ਕਿਹੜੀ ਚੀਜ਼ ਹੈ, ਠੀਕ ਹੈ ਜੀ। ਮੈਨੂੰ ਜੇ ਕੋਈ ਪ੍ਰਮਾਤਮਾ ਆਖੇ ਤੇ ਦੈਨ ਵਾਟ ਮੇਕਸ ਮੀ ਪ੍ਰਮਾਤਮਾ, ਉਹ ਹੈਗੀ ਪ੍ਰਮਾਤਮਾ ਦੇ ਗੁਣ। ਤੇ ਮੈਂ ਵੈਸੇ ਇਹਨੂੰ ਐਵੇਂ ਕਹਿੰਦਾ ਹੁੰਦਾ ਕਿ ਇਹ ਕੈਮਿਸਟਰੀ ਹੈ ਜੀ, ਕਿ ਕੈਮਿਸਟਰੀ ਜੋ ਪ੍ਰਮਾਤਮਾ ਦੀ ਕੈਮਿਸਟਰੀ ਹੈ ਉਹੀ ਸਾਡੀ ਐਗਜ਼ੈਕਟਲੀ ਹੋ ਗਈ ਜਿਸ ਦਿਨ ਪੂਰੀ ਤਰ੍ਹਾਂ, ਦੈਨ ਅਸੀਂ ਮਿਕਸ ਅਪ ਹੋ ਸਕਦੇ ਚੰਗੀ ਤਰ੍ਹਾਂ। ਸੋ ਜਿਸ ਤਰ੍ਹਾਂ 2 ਕੈਮੀਕਲਸ ਇੱਕ ਕੈਮਿਸਟਰੀ ਦੇ ਹੋਣ ਤੇ ਉਹ ਮਿਕਸ ਅਪ ਹੁੰਦੇ ਆ, ਇਹੋ ਹੀ ਇਨਸਾਨ ਤੇ ਪ੍ਰਮਾਤਮਾ ਦਾ ਮਿਲਾਪ ਹੈ। तो वो जो कांसेप्ट साडा यूनिक हैगा। सो आई कैन कीप टॉकिंग जी, पर मैं अपने टाइम के बाद जाना चाहता, फिर आ जाऊंगा आपसे जी। थैंक यू जी, वी विल कम बैक।
ਉਹ ਗੱਲ ਕਰੀਏ ਤੁਸੀਂ ਕਿਹਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਹੈ ਜੀ ਉਹਦੀ ਕਨਸੈਪਟ ਨੂੰ ਤੁਸੀਂ ਬਹੁਤ ਸੋਹਣਾ ਬਿਆਨ ਕੀਤਾ ਡਾਕਟਰ ਕੁਲਵਿੰਦਰ ਸਿੰਘ ਜੀ ਤੁਹਾਡੇ ਵਿਚਾਰ ਓਵਰਆਲ ਵਿਊ ਗੁਰੂ ਗ੍ਰੰਥ ਸਾਹਿਬ ਦਾ another 3-4 minutes ਪਲੀਜ਼ ਹਾਂਜੀ ਸਰ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਤੇ ਪ੍ਰੋਫੈਸਰ ਸਾਹਿਬ ਨੇ ਕਿਹਾ ਵਾ ਉਹਦੇ ਵਿੱਚੋਂ ਇੱਕ ਗੱਲ ਤੇ ਮੇਰਾ ਵਿਚਾਰ ਚੱਲਿਆ ਸੀ ਏਕ ਓਮਕਾਰ ਤੇ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਆਮ ਜੋ ਲਿਖਿਆ ਜਾਂਦਾ ਹੈ ਕਿ ਏਕ ਓਮਕਾਰ ਦਾ ਵਿਸਥਾਰ ਮੂਲ ਮੰਤਰ ਹੈ ਮੂਲ ਮੰਤਰ ਦਾ ਵਿਸਥਾਰ ਜਪਜੀ ਸਾਹਿਬ ਹੈ ਜਪਜੀ ਸਾਹਿਬ ਦਾ ਵਿਸਥਾਰ ਗੁਰੂ ਗ੍ਰੰਥ ਸਾਹਿਬ ਹੈ ਇੱਕ ਸਮਝਾਉਣ ਦਾ ਤਰੀਕਾ ਹੈ ਚਲੋ ਲਫ਼ਜ਼ ਜਿਹੜੇ ਮਰਜ਼ੀ ਬਦਲ ਲਈਏ ਸੋ ਏਕ ਓਮਕਾਰ ਤੇ ਹੀ ਮੈਂ ਸਟ੍ਰੈਸ ਦਿਆਂਗਾ ਗੁਰੂ ਗ੍ਰੰਥ ਸਾਹਿਬ ਜਿਹੜਾ ਏਕ ਓਮਕਾਰ ਹੈ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਹੈ ਕਿ ਭਗਤਾਂ ਦੀ ਬਾਣੀ ਤੋਂ ਪਹਿਲਾਂ ਵੀ ਜਿਹੜਾ ਮੰਗਲਾਚਰਨ ਲੱਗ ਗਿਆ ਠੀਕ ਹੈ ਜੀ ਹਰ ਬਾਣੀ ਤੋਂ ਪਹਿਲਾਂ ਗੁਰੂ ਸਾਹਿਬ ਨੇ ਲਾਇਆ ਮੰਗਲਾਚਰਨ ਤੇ ਉੱਥੋਂ ਇੱਕ ਵਿਚਾਰ ਆਉਂਦਾ ਹੈ ਕਿ ਜਦੋਂ ਅਸੀਂ ਏਕੇ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਹੁਣ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਇੱਕ ਧਰਤੀ ਇਹ ਇਕੱਲੀ ਸ੍ਰਿਸ਼ਟੀ ਨਹੀਂ ਧਰਤੀ ਹੋਰ ਪਰੇ ਹੋਰ ਕੋਰ ਬ੍ਰਹਮੰਡ ਕੋ ਠਾਕੁਰ ਸੋ ਉਹਦੇ ਵਿੱਚ ਇਹ ਵੈ ਕਿ ਏਕ ਓਮਕਾਰ ਦੇ ਕਨਸੈਪਟ ਤੇ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਹੈ ਕਿ ਅਸੀਂ ਕਹਿੰਦੇ ਹਾਂ ਸਾਡੇ 10 ਗੁਰੂ ਸਾਹਿਬਾਨ ਹੋਏ ਅਸੀਂ ਆਮ ਤੌਰ ਤੇ 10 ਗੁਰੂ ਸਾਹਿਬਾਨ ਨੂੰ ਬਾਣੀ ਨੂੰ ਵੀ ਅਸੀਂ ਕਹਿੰਦੇ ਹਾਂ 6 ਗੁਰੂ ਸਾਹਿਬਾਨ ਦੀ ਬਾਣੀ ਹੈ ਅਸੀਂ ਉਹਨਾਂ ਨੂੰ ਅਲੱਗ ਆਇਡੈਂਟੀਟੀ ਚ ਦੇਖਦੇ ਹਾਂ ਪਰ ਏਕ ਓਮਕਾਰ ਦਾ ਸਿਧਾਂਤ ਸਾਨੂੰ ਇਹ ਮੈਸੇਜ ਦੇ ਰਿਹਾ ਸ਼ਾਇਦ ਕਿ ਤੁਸੀਂ ਉਹ ਅਲੱਗ-ਅਲੱਗ ਆਇਡੈਂਟੀਟੀ ਨਹੀਂ ਦੇਖਣਾ ਇਸੇ ਕਰਕੇ ਸ਼ਾਇਦ ਹਰ ਬਾਣੀ ਦੇ ਅਖੀਰ ਤੇ ਜਿਹੜਾ ਨਾਨਕ ਪਦ ਵਰਤਿਆ ਗਿਆ ਹੈ ਉਹ ਵੀ ਇੱਕ ਮੈਸੇਜ ਹੈ ਕਿ ਦੇ ਆਰ ਓਨਲੀ ਵਨ ਗੁਰੂ ਨਾਨਕ ਐਸੇ ਤਰ੍ਹਾਂ ਜੇ ਤੁਸੀਂ ਭਗਤਾਂ ਨੂੰ ਵਿੱਚ ਲੈ ਆਵਾਂਗੇ ਤੇ ਫਿਰ ਭਗਤ ਵੀ ਨਾਨਕ ਤੋਂ ਅਲੱਗ ਨਹੀਂ ਹੈਗੇ ਕੋਈ ਸ੍ਰਿਸ਼ਟੀ ਦਾ ਵੀ ਡਰ ਸਕਦੀ ਹਾਂਜੀ ਏਕ ਓਮਕਾਰ ਹਾਂਜੀ ਸਰ So it's a continuation, it's a flow from Akal Purukh through the gurus and bhagats and all. Now we have available in the form of Sri Guru Granth Sahib. That's very good concept. Padia Sahib, ਤੁਸੀਂ ਹੁਣੇ ਆਰਟੀਕਲ ਲਿਖਿਆ ਸੀਗਾ ਏਕ ਓਮਕਾਰ ਤੇ ਸ਼ੇਅਰ ਕੀਤਾ ਸਾਡੇ ਨਾਲ ਤੇ ਤੁਸੀਂ ਵੀ ਆਪਣੇ ਵਿਚਾਰ ਦੱਸੋ ਓਵਰਆਲ ਵਿਊ ਗੁਰੂ ਗ੍ਰੰਥ ਸਾਹਿਬ ਦਾ ਪਾਟਿਆ ਸਾਹਿਬ ਜੀ ਹਾਂਜੀ ਹਾਂਜੀ ਇੱਕ ਮਿੰਟ ਜੀ ਮੈਂ ਜ਼ਰਾ ਉਹ ਕਿੱਥੇ ਗਿਆ ਮੇਰਾ ਵੀਡੀਓ ਸੌਰੀ ਅੱਛਾ ਕੋਈ ਗੱਲ ਨਹੀਂ ਹਾਂਜੀ ਜੀ ਹੋਏ ਖਾਲਸਾ ਭਾਈ ਫਤਿਹ ਜੀ ਬਹੁਤ ਸੋਹਣਾ जो भाई साहब सुचा जी ने कह देता है दूसरे कहता है मेरी समर्था नहीं है कि मैं इसको ऐड कर सका लेकिन आई विल टेक इट फ्रॉम अ डिफरेंट एंगल टू कंप्लीट द थॉट ਉਹ ਇਹ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਅਰਜ਼ ਕੀਤਾ ਸੀ ਕਿ ਗੁਰੂ ਸਾਹਿਬਾਂ ਨੇ ਹਿੰਦੁਸਤਾਨ ਦਾ ਜੋ ਸੋਸ਼ੋ ਪੋਲੀਟੀਕਲ ਸਿਸਟਮ ਸੀਗਾ ਪੁਰਾਣਾ ਬਹੁਤ ਪੁਰਾਣਾ ਉਹਨਾਂ ਨੇ ਦੇਖ ਲਿਆ ਕਿ ਹਿੰਦੁਸਤਾਨ ਦੀ ਹਾਲਤ ਕਦੀ ਸੁਧਰ ਨਹੀਂ ਸਕਦੀ ਉਸ ਸਿਸਟਮ ਦੇ ਅੰਦਰ ਔਰ ਉਹਦੇ ਨਾਲ ਜੋ ਬਾਹਰੀ ਹਮਲੇਵਾਰ ਹੋਏ ਸੋ ਉਹਨਾਂ ਦੇ ਇੱਕ ਮੇਨ ਭਾਵ 10 ਗੁਰੂਆਂ ਦਾ ਸੀਗਾ ਕਿ ਇੱਕ ਨਵੀਂ ਸਿਰਜਣਾ ਕੀਤੀ ਜਾਵੇ ਨਵੇਂ ਸਮਾਜ ਦੀ ਔਰ ਉਸ ਦਾ ਜੋ ਥਾਟ ਹੈ ਨਾ ਗੁਰੂ ਸਾਹਿਬਾਂ ਨੇ ਰਿਫਲੈਕਟ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਕੰਪੋਜੀਸ਼ਨ ਦੇ ਵਿੱਚ ਦੀ ਕ੍ਰੀਏਸ਼ਨ ਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਐਡ ਕਰਕੇ ਜਿਸ ਤਰ੍ਹਾਂ ਏਕ ਓਮਕਾਰ ਜੋ ਮੰਗਲਾਚਰਨ ਨਾਲ ਲਗਾਇਆ ਉਹ ਸਭ ਮਤਲਬ ਹੈ ਉਸ ਇੱਕ ਯੂਨਿਟੀ ਦੇ ਨਾਲ ਪ੍ਰੋ ਦਿੱਤਾ ਇੱਕ ਮਣਕੇ ਦੀ ਮਾਲਾ ਜਿਸ ਤਰ੍ਹਾਂ ਹੁੰਦੀ ਹੈ ਉਹ ਸਾਰਿਆਂ ਨੇ ਇੱਕ ਵਿੱਚ ਨਾਲ ਪ੍ਰੋ ਦਿੱਤਾ ਹੈ ਦੇਖਿਆ ਜਾਵੇ ਅਗਰ ਕਿਸੇ ਭਗਤ ਦੀ ਬਾਣੀ ਨਾਮ ਹੀ ਇਨਕਲੂਡ ਕਰਦੇ ਗ੍ਰੰਥ ਸਾਹਿਬ ਤਾਂ ਫਿਰ ਹੀ ਪੂਰਾ ਹੋ ਜਾਣਾ ਸੀ ਠੀਕ ਹੈ ਜੀ ਲੇਕਿਨ ਉਹਨਾਂ ਸਭ ਨੂੰ ਜਿੰਨੇ ਵੀ ਡਿਫਰੈਂਟ ਵਰਗਾਂ ਦੇ ਲੋਕ ਸੀਗੇ ਕੋਈ ਛੋਟੀ ਜਾਤ ਦੇ ਕੋਈ ਬ੍ਰਾਹਮਣ ਕੋਈ ਦੂਸਰੇ ਉਹਨਾਂ ਨੇ ਇਨਕਲੂਡ ਕਰਕੇ ਇੱਕ ਕੰਪੋਜ਼ਿਟ ਗ੍ਰੰਥ ਬਣਾਇਆ ਜੀ ਸਭ ਦਾ ਸਾਂਝਾ ਔਰ ਉਹਦੇ ਨਾਲ ਇੱਕ ਸੋਸ਼ਲ ਸਟਰਕਚਰ ਵੀ ਕ੍ਰੀਏਟ ਕਰਨ ਦਾ ਪਲਾਨ ਸੀ ਵੀ ਸਾਰੇ ਇਕੱਠੇ ਹੋ ਕੇ ਤੁਸੀਂ ਇਸ ਨੂੰ ਫਾਲੋ ਕਰੋਗੇ ਤੁਸੀਂ ਵੀ ਇਹਦੇ ਵਿੱਚ ਹੀ ਹੋ you are a part of the composite guru ਜੀ ਸੋ ਇਹ ਮੇਰਾ ਵਿਚਾਰ ਹੈ ਕਿ ਗੁਰੂ ਸਾਹਿਬ ਨੇ ਜੋ ਉਹਨਾਂ ਦਾ ਪਲਾਨ ਸੀ ਇੱਕ ਨਵੀਂ ਸੁਸਾਇਟੀ ਬਣਾਉਣ ਦਾ ਉਹਨਾਂ ਨੇ ਗ੍ਰੰਥ ਸਾਹਿਬ ਦੇ ਵਿੱਚ ਰਿਫਲੈਕਟ ਕੀਤਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਤੁਸੀਂ ਵੀ ਕਹਿੰਦੇ ਹੁੰਦੇ ਆ ਕਿ ਬਈ ਗੁਰੂ ਘਾਸੀ ਰਾਮ ਜੀ ਕਹਿੰਦੇ ਸੀਗੇ ਮਣ ਕੇ ਇੱਕ ਬਰੋਬਰ ਕੁਛ ਇਸ ਤਰ੍ਹਾਂ ਦੀ ਮਿਸਾਲ ਦਿੰਦੇ ਹੁੰਦੇ ਆ ਤੁਸੀਂ ਤੁਹਾਡੇ ਕੀ ਵਿਚਾਰ ਨੇ ਗੁਰੂ ਗ੍ਰੰਥ ਸਾਹਿਬ ਬਾਬਤ पहले तो सभी ज्ञानियों को मेरा वाहिगुरु जी का खालसा वाहिगुरु जी की फतेह वाहिगुरु जी की
देखिए हम आवाज ऊंची करो जरा। गुरु नानक साहब की जो वाणी है, अगर एक शब्द में कहे हम, एक ओंकार सतनाम करता पुरख आदि सच जुगादि सच हो भी सके और नानक होती भी सके। तो जिस दिन से संत गुरु घासीदास जी ने छत्तीसगढ़ में उनको ज्ञान प्राप्त हुआ विरोध की उस धरती में, और उन्होंने 7 नाम का 7 मार्ग बताया कि आप झूठ मत बोलो, जीव हत्या मत करो, ऐसे वो 7 मार्ग दिए सच के रास्ते पे चलने का। और उन्होंने भी आदि सच जुगादि सच का जो बात है उन्होंने भी वही कहा, और ये सच है, ये अजर अमर अविनाशी है, सत्य जो है कभी नष्ट नहीं हो सकता। इससे जीवन की, भावनाओं की, जीव जंतुओं की, प्राणियों की मुक्ति का एक मार्ग है। सच्चा मार्ग यही है, सतनाम है। और यही सतनाम को लेकर के आज कबीरपंथी, रविदास जी, सतनामी, बहुत सारे जो करोड़ों करोड़ों सतनाम के मानने वाले हैं, जो सतनाम के मार्ग पे चलने वाले हैं, जो जीवन में सत्य को अपने धारण करते हैं आत्मिक रूप से, शारीरिक रूप से और मानसिक रूप से। तो जो पहले गुरु से लेकर के दसम पिता तक का जो निचोड़ को अगर हम देखें, तो संसार के अंदर में जितने भी जीव जंतु है या मानव है, उसको एक साथ जोड़ने का और इस जीवन को एक अच्छे मार्ग में ले जा करके अपने जीवन को तारने का एक ही मूल मंत्र है, वह सतनाम है। वाहिगुरु सतनाम है, एक ओंकार सतनाम। थैंक यू जी, थैंक यू। डॉक्टर जसप्रीत कौर जी, ਤੁਸੀਂ ਕੋਈ ਵਿਚਾਰ ਇਸ ਬਾਬਤ ਦੱਸੋ, ਓਵਰਆਲ ਵਿਊ ਗੁਰੂ ਗ੍ਰੰਥ ਸਾਹਿਬ ਦੇ। डॉक्टर जसप्रीत कौर, ਤੁਹਾਨੂੰ ਆਵਾਜ਼ ਸੁਣ ਰਹੀ ਹੈ ਜੀ? हेलो, हाँ जी सर। हाँ जी, हाँ जी, हाँ जी, ਤੁਸੀਂ ਵੀ ਕੋਈ ਐਡ ਕਰੋ ਚੀਜ਼, ਆਪਣਾ ਵਿਚਾਰ ਓਵਰਆਲ ਵਿਊ ਗੁਰੂ ਗ੍ਰੰਥ ਸਾਹਿਬ ਬਾਬਤ। ओवरऑल ਤੇ ਦਸਾਂ ਮਤਲਬ ਪਾਤਸ਼ਾਹੀਆਂ ਦੀ ਜੋਤ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ। हाँ जी, ਮਾਰਗ ਦਰਸ਼ਨ ਸਾਰਾ ਬਾਣੀ ਤੋਂ ਹੀ ਲੈਂਦੇ ਆ ਜੀ ਆਪਾਂ। यस, हाँ जी, क्या ਗੱਲ ਠੀਕ ਹੈ ਤੁਹਾਡੀ? ਦੇਖੋ ਜੀ, ਅਸੀਂ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਹਾਂਜੀ, ਹਾਂਜੀ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮੈਂ ਤਾਂ ਇਹੀ ਦੇਖਿਆ ਜੀ, ਜਦੋਂ ਵੀ ਕੋਈ ਪ੍ਰੋਬਲਮ ਆਏ ਜਾਂ ਮੇਰਾ ਮਨ ਉਦਾਸ ਹੁੰਦਾ ਹੈ ਤੇ ਮੈਂ ਥੋੜੀ ਦੇਰ ਬੈਠ ਕੇ ਆਪਣਾ ਪਾਠ ਕਰਦੀ ਹਾਂ। ਘਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਵੇਂ ਕੀਤਾ ਹੋਇਆ ਹੈ, ਮਤਲਬ 15-20 ਮਿੰਟ 10 ਅੰਗ ਹੀ ਚਾਹੇ ਕਰਾਂ ਜੀ, ਮੈਨੂੰ ਬਹੁਤ ਲੱਗਦਾ ਹੈ ਮੈਂ ਆਈ ਹੈਵ ਡਨ ਸਮਥਿੰਗ। ਜੇ ਨਹੀਂ ਕਰਦੀ ਤੇ ਬੜਾ ਹੀ ਆਪਣੇ ਆਪ ਨੂੰ ਗਿਲਟ ਫੀਲ ਹੁੰਦਾ ਹੈ ਜੀ, ਵੀ ਮੈਂ ਕੁਛ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਮੇਰਾ ਕੋਈ ਆਈ ਡੋਂਟ ਨੋ ਕਿ ਇੰਟਰਨਲ ਕਨੈਕਸ਼ਨ ਹੈ। ਤਾਂ ਮੈਂ ਤਾਂ ਇਹ ਕਹਾਂਗੀ ਕਿ ਬਹੁਤ ਜ਼ਿਆਦਾ ਸਾਡੇ ਲਈ ਇੱਕ ਪਾਤਸ਼ਾਹ ਨੇ ਵੀ ਸਾਨੂੰ ਇੱਕ ਦੇਣ ਦਿੱਤੀ ਹੈ, ਸਾਨੂੰ ਚੱਲਣਾ ਚਾਹੀਦਾ ਹੈ। ਬਾਕੀ ਤੁਹਾਡੀ ਸੰਗਤ ਦੇ ਨਾਲ ਅਸੀਂ ਥੋੜੀ ਜੀ, ਸਾਨੂੰ ਇੰਟਰਨਲ ਨੌਲੇਜ ਹੋਏਗੀ, ਜਦ ਤੱਕ ਸਾਨੂੰ ਥੋੜੀ ਜੀ ਅਰਥ ਸਮਝ ਆਣਗੇ, then we can do more better and good. Yes, very true ji, ਬਿਲਕੁਲ ਠੀਕ ਹੈ। Now I'm going to ask Parminder, if you want to add anything or make a comment, please go ahead, do it. Parminder? Yeah, Uncle ji, hello. If you want to say something, please add now. I want to listen, Uncle ji. Okay, all right. Appreciate. Thank you so much. Now I'm going to go to Dr. Vasu. Dr. Vasu is a really academic person, and I was hoping to have him listen all our different views and then compile them into sharing with us the history of Guru Granth Sahib, how it came to be composed, and from a general point of view. And also, Dr. Sahib, can you hear me? Dr. Vasu? मैं बोल रहा जी, फोटो नहीं आ रही मेरी। चलो कोई गल नहीं, तुसी मेरा आवाज आ रही है, मैं कुछ बोल सकता? आवाज आ रही है, चलो कोई फोटो नहीं भी आ रही तामी कोई गल नहीं, आवाज आ रही है। नानक साहब बारे कुछ उन्होंने दी बोली, गुरु नानक साहब जी बारे दसना चाहना। हाँ जी, हाँ जी, एक मिनट डॉक्टर साहब, मैं असी मैनू इस चीज का फिक्र रहता है कि जिवें 10वें पातशाह आपदे सोइयां च कहंदे ना, कऊ बतान को पूजत है पास कऊ मरतान को पूजत आयो, कूर कुरिया और जो सभी जग से भगवान को भेद ना पायो। मैं सोचदा सिख किताब पूज तो नहीं बन रहे, जिवें उन्होंने बुत पूज की निखेधी की है, कबरां दी कही है, ते असी किताब पूज बन गए बई विचार छड्ड करनी छड्डती गुरु ग्रंथ साहब दी। कुछ तुसी अपने विचार दसो हुण।
Dr. Vasu? Dr. Vasu? ਤੁਹਾਨੂੰ ਆਵਾਜ਼ ਸੁਣ ਰਹੀ ਮੇਰੀ? Dr. Vasu? ਚਲੋ we'll go back to him after a while. ਹਾਂਜੀ ਗਿਆਨੀ ਸੁੱਚਾ ਸਿੰਘ ਜੀ ਤੁਸੀਂ ਦੱਸੋ, ਮੈਨੂੰ ਇਸ ਚੀਜ਼ ਦਾ ਫਿਕਰ ਰਹਿੰਦਾ ਬਈ ਜਿਹੜਾ ਸਾਡੇ ਜਿਸ ਹਿਸਾਬ ਨਾਲ ਸਿਸਟਮ ਚੱਲਿਆ ਹੋਇਆ, ਪਾਠ ਕਰਾਈ ਜਾਣੇ ਦੂਜਿਆਂ ਤੋਂ ਤੇ ਜਾਂ ਦਵਾਦੀ ਦਾ ਭੋਗ ਪਾਈ ਜਾਣੇ, ਉਹਦੇ ਤੋਂ ਕਿਵੇਂ ਸਾਨੂੰ ਮਹਾਰਾਜ ਨੇ ਦਿੱਤੀ ਹੈਗੀ ਆ ਵਾਰਨਿੰਗ ਕਿ ਬਈ ਜਾਵੇ ਗਹਾਂ ਪੇਪਰਨ ਕੀ ਰੀਤ ਅਬ ਨਾ ਕਰੋ ਇਨਕੀ ਪ੍ਰਤੀਤ ਜੀ। ਤੇ ਇਸੇ ਤਰ੍ਹਾਂ ਹੀ ਹੋਰਨਾਂ ਥਾਵਾਂ ਤੇ ਵੀ ਸਾਨੂੰ ਇਹਦਾ ਬਾਬਤ ਉਹਨਾਂ ਨੇ ਚੇਤਾਵਨੀ ਦਿੱਤੀ ਹੋਈ ਹੈ। ਕੀ ਵਿਚਾਰ ਹੈ ਤੁਹਾਡਾ ਇਸ ਪਾਸੇ? ਹਾਂਜੀ ਦੇਖੋ ਸਰ, ਇੱਕ ਤੇ ਅਸੀਂ ਆਸਾ ਦੀ ਵਾਰ ਦੇ ਵਿੱਚ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਜੀ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ, ਪੜੀਏ ਜਿੱਤੇ ਬਰਸ ਬਸ, ਪੜੀਏ ਜਿੱਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜਿੱਤੇ ਸਾਸ, ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਝਕਣਾ ਝਾਕ। ਆ ਜਿਹੜਾ ਹੋਰ ਹੈ, ਪੜ ਪੜ ਕੇ ਗੱਡੇ ਲੱਦ ਲਓ, ਪੜ ਪੜ ਕੇ ਜਾਂ ਆਪ ਪੜ ਲਿਆ ਜਾਂ ਕਿਸੇ ਤੋਂ ਪੜ੍ਹਾ ਲਿਆ, ਪੈਸੇ ਦੇ ਕੇ ਖੰਡ ਪਾਠ ਕਰਾ ਲਿਆ, ਸਹਿਜ ਪਾਠ ਕਰਾ ਲਿਆ। ਤੋ ਇਹ ਇਸ ਚੀਜ਼ ਨੂੰ ਹੀ ਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਹੋਰ, ਇਹ ਜਿਹੜਾ ਹੋਰ, ਇਹ ਹਉਮੈ ਝਕਣਾ ਝਾਕ, ਇਹਦੇ ਵਿੱਚ ਹੰਕਾਰ ਤੋਂ ਇਲਾਵਾ ਕੁਛ ਨਹੀਂ। ਠੀਕ ਹੈ ਜੀ। ਅਸਲ ਦੇ ਵਿੱਚ ਜਿਹੜੀ ਸਤਿਗੁਰੂ ਜੀ ਦੇ ਬਚਨ ਤੁਸੀਂ ਪਹਿਲਾਂ ਬੋਲਿਆ, ਉਹ ਬਚਨ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਜਿਹੜੀ ਪਹਿਲੀ ਗੱਲ ਹੈ, ਬਾਣੀ ਗੁਰੂ ਹੈ। ਜੇ ਸਾਨੂੰ ਪੁੱਛਿਆ ਜਾਵੇ ਕਿ ਭਾਈ ਸਾਹਿਬ ਜੀ ਕਿ ਬਾਣੀ ਕਿਹਨੂੰ ਕੀ ਚੀਜ਼ ਹੈ, ਅਸੀਂ ਕੀ ਕਵਾਂਗੇ? ਸਾਡਾ ਇੱਕ ਸ਼ਬਦ ਦੇ ਵਿੱਚ ਉਹਦਾ ਜਵਾਬ ਹੋਏਗਾ ਕਿ ਜੀ ਬਾਣੀ ਹੈ ਜੀ ਗੁਰੂ। ਹੁਣ ਜੇ ਅਗਲਾ ਸਵਾਲ ਕਰੇ ਓਕੇ ਜੀ ਗੁਰੂ ਕੀ ਹੁੰਦਾ ਹੈ, ਤੇ ਸਾਡੇ ਵਾਸਤੇ ਜਵਾਬ ਹੈ ਇੱਕੋ ਹੀ ਲਫ਼ਜ਼ ਦੇ ਵਿੱਚ, ਗੁਰੂ ਹੁੰਦਾ ਜੀ ਬਾਣੀ। ਹੁਣ ਦੇਖਣਾ ਪੈਣਾ ਨੈਕਸਟ ਸਟੇਜ ਤੇ ਆਉਂਦਾ, ਫਿਰ ਹੁਣ ਫਿਰ ਓਕੇ ਜੀ ਕਿਹੜੀ ਬਾਣੀ ਹੈ? ਉਹ ਹੈਗਾ ਜੀ ਗਿਆਨ। ਠੀਕ ਹੈ ਜੀ, ਆਤਮਿਕ ਗਿਆਨ ਜਿਹਨੂੰ ਅਸੀਂ ਡਿਵਾਈਨ ਨੌਲੇਜ ਕਹਿੰਦੇ ਆ। ਔਰ ਉਹ ਨੌਲੇਜ ਜਿਹੜੀ ਹੈ ਇਹਨਾਂ ਅੱਖਰਾਂ ਦੇ ਵਿੱਚ, ਉਹ ਨੌਲੇਜ ਹੈ। ਤੇ ਉਹ ਨੌਲੇਜ ਲੈ ਕੇ ਬਣਨਾ ਕੀ ਹੈ? ਨੌਲੇਜੇਬਲ ਬਣਨਾ, ਗਿਆਨ ਲੈ ਕੇ ਗਿਆਨੀ ਬਣਨਾ ਨਾ। ਇਸੇ ਵਾਸਤੇ ਜੀ ਇੱਕ ਮੈਨੂੰ ਹੁਣ ਯਾਦ ਨਹੀਂ ਉਹ ਕਿਹੜੀ ਬਾਰ ਦੇ ਵਿੱਚ ਹੈ, ਪੌੜੀ ਹੈ, ਉਹਦੇ ਵਿੱਚ ਕਹਿੰਦੇ ਆ ਕਿ ਤੂੰ ਬੇਪਰਵਾਹ ਅਥਾ ਹੈ, ਅਤੁੱਲ ਕਿਉਂ ਤੁਲਿਆ, ਸੇ ਬੜਭਾਗੀ ਜੇ ਤੁਧ ਧਿਆਏ ਦੇ, ਜਿਨ ਸਤਿਗੁਰ ਮਿਲਿਆ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਠੀਕ ਹੈ ਜੀ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਕਹਾਂ ਕਹਿੰਦੇ ਗੁਰਬਾਣੀ ਬਣੀ ਹੈ। ਠੀਕ ਹੈ ਜੀ, ਸਤਿਗੁਰੂ ਦੀ ਬਾਣੀ ਸਤ ਸਰੂਪ ਹੈ, ਹਮੇਸ਼ਾ ਕਾਇਮ ਰਹਿਣੇ ਵਾਲੀ ਚੀਜ਼ ਹੈ। ਮਤਲਬ ਕਿ ਇਹਦੇ ਵਿੱਚ ਜਿਹੜਾ ਗਿਆਨ ਹੈ ਨਾ, ਇਹ ਗਿਆਨ ਰਹਿੰਦੀ ਦੁਨੀਆ ਤੱਕ ਰਹਿਣਾ, ਜਦੋਂ ਤੱਕ ਸ੍ਰਿਸ਼ਟੀ ਰਹਿਣੀ ਉਦੋਂ ਤੱਕ ਵੀ ਰਹਿਣਾ, ਜਦੋਂ ਨਹੀਂ ਸ੍ਰਿਸ਼ਟੀ ਰਹਿਣੀ ਉਦੋਂ ਵੀ ਇਹ ਗਿਆਨ ਨੇ ਇਸ ਤਰ੍ਹਾਂ ਰਹਿਣਾ। ਇਸ ਗਿਆਨ ਨੇ ਸਟੇਲ ਜਾਂ ਡਲ ਨਹੀਂ ਹੋਣਾ ਕਦੇ। ਠੀਕ ਹੈ ਜੀ, ਤੇ ਬਣਨਾ, ਇਸ ਚੀਜ਼ ਨੂੰ ਪੜ੍ਹਨੇ ਵਾਲੇ ਨੇ ਗਿਆਨ ਬਣਨਾ ਹੈ। ਗੁਰਬਾਣੀ ਬਣੀ ਹੈ ਤਾਂ ਮਤਲਬ ਹੈ ਕਿ ਇਸ ਗਿਆਨ ਨੂੰ ਪੜ੍ਹਨੇ ਵਾਲੇ ਨੇ ਗਿਆਨੀ ਹੀ ਬਣਨਾ ਹੈ। ਠੀਕ ਹੈ ਜੀ, ਇਸ ਵਾਸਤੇ ਜਿਹੜਾ ਉਸ ਕਨਸੈਪਟ ਤੋਂ ਅਸੀਂ ਉਸ ਕੌਨਟੈਕਸਟ ਤੋਂ ਅਸੀਂ ਕਦੇ ਵੀ ਗੁਰੂ ਦੇ ਬਚਨਾਂ ਨੂੰ ਨਹੀਂ ਲਿਆ ਜੀ। ਅਸੀਂ ਸਿਰਫ ਇਹਨੂੰ ਪੜ੍ਹ ਕੇ ਇਹਦੇ ਤੋਂ ਕੰਮ ਲੈਣੇ, ਅਸੀਂ ਕਹਿੰਦੇ ਜਿਹਨੂੰ ਕੰਮ ਲੈਣੇ। ਠੀਕ ਹੈ ਜੀ, ਕੰਮ ਲੈਣੇ। ਪਾਣੀ ਪੜ੍ਹ ਕੇ ਅਸੀਂ ਕਹਿੰਦੇ ਆ ਕਿ ਸਾਨੂੰ ਦੁੱਧ ਮਿਲ ਜਾਵੇ, ਸਾਨੂੰ ਪੁੱਤ ਮਿਲ ਜਾਵੇ, ਸਾਨੂੰ ਕੋਈ ਪ੍ਰੋਬਲਮ ਆ ਗਈ ਤਾਂ ਅਸੀਂ ਬਾਣੀ ਪੜ੍ਹ ਲਈਏ। ਤੇ ਉਹ ਛੋਟੀਆਂ ਚੀਜ਼ਾਂ ਬਹੁਤ ਸਿੰਪਲ ਹੈ। ਆਈ ਐਮ ਨਾਟ ਸੇਇੰਗ ਕਿ ਇਹ ਨਹੀਂ ਕਰਨੀਆਂ ਚਾਹੀਦੀਆਂ, ਇਹਦੇ ਵਿੱਚੋਂ ਆਨੰਦ ਲੈਣਾ ਚਾਹੀਦਾ, ਪੜ੍ਹ ਕੇ ਆਪਣੇ ਮਨ ਨੂੰ ਤਸੱਲੀ ਵੀ ਦੇਣੀ ਚਾਹੀਦੀ ਹੈ। ਪਰ ਇਹਦਾ ਪਰਪਸ ਜਿਹੜਾ ਬਾਣੀ ਦਾ ਪੜ੍ਹਨ ਦਾ ਉਹ ਹੈਗਾ ਜੀ ਗੁਰਬਾਣੀ ਬਣੀ ਹੈ। ਤੇ ਸਤਿਗੁਰ ਕੀ ਰੀਸੈ ਹੋਰ, ਕੱਚ ਪਿੱਚ ਬੋਲਦੇ ਕੂੜਿਆ, ਸੇ ਕੂੜਿਆਰ ਕੂੜੇ ਝੜ ਪੜੀਏ। ਸੋ ਸਤਿਗੁਰੂ ਦੀ ਜਿਹੜੀ ਦੇਖੋ ਸਤਿਗੁਰੂ ਦੀ ਰੀਸ ਦੇ ਨਾਲ ਹੋਰ ਕਈ ਲੋਕ ਬਾਣੀ ਬੋਲਣ ਵਾਲੇ ਆਏ ਸੀਗੇ ਨਾ ਜੀ। ਗੁਰੂ ਅਰਜਨ ਦੇਵ ਜੀ ਦੇ ਕੋਲ ਜਿਸ ਵੇਲੇ ਕੰਪਾਈਲੇਸ਼ਨ ਹੋਣ ਲੱਗੀ ਸੀ, ਪੀਲੋ, ਛੱਜੂ, ਸ਼ਾਹ ਹੁਸੈਨ, ਇਹ ਸਾਰੇ ਭਗਤ ਆਏ ਸੀਗੇ। ਔਰ ਉਹਨਾਂ ਦੀ ਬਾਣੀ ਜਿਹੜੀ ਗੁਰੂ ਮਹਾਰਾਜ ਜੀ ਨੇ ਰਿਜੈਕਟ ਕੀਤੀ ਹੈ, ਕਿਉਂਕਿ ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਆਏ ਸੀ। ਉਹ ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਵੇਖ ਮਾਇਆ ਨੂੰ ਝੱਖ ਮਰਦੇ ਕੜੀਐ। ਹੁਣ ਮਾਇਆ ਜਿਹੜੀ ਉਹਨਾਂ ਦੇ ਅੰਦਰ ਮਾਇਆ ਇਹ ਸੀ ਕਿ ਸਾਡਾ ਨਾਂ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਚ ਆ ਜਾਵੇ, ਬਾਣੀ ਸਾਡੀ ਆ ਜਾਵੇ ਤੇ ਬਸ ਫਿਰ ਅਸੀਂ ਵੀ ਅਮਰ ਹੋ ਜਾਵਾਂਗੇ। ਇਹ ਉਹਨਾਂ ਦੀ ਅੰਦਰ ਦੀ ਮਾਇਆ ਸੀ ਬੋਲਦੀ। ਇਸ ਝਾਕ ਇਸ ਮਾਇਆ ਦੀ ਝਾਕ ਦੇ ਵਿੱਚ ਮਰਨੇ ਸੀ। ਤੇ ਅਸੀਂ ਜਿਹੜਾ ਪੜ੍ਹਨੇ ਵਾਲੇ ਵੀ ਉੱਥੇ ਮਰਨੇ ਆ ਜੀ। ਅਸੀਂ ਵੀ ਉੱਥੇ ਦੇ ਉੱਥੇ ਖੜੇ ਰਹਿ ਗਏ, ਪੜ੍ਹ ਪੜ੍ਹ ਕੇ ਆਪਣੀ ਮਾਇਆ ਨੂੰ ਵਧਾਉਣ ਲੱਗ ਪਏ, ਅੰਦਰ ਦੀ ਹਉਮੈ ਨੂੰ ਵਧਾਉਣ ਲੱਗ ਪਏ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਗੁਰਬਾਣੀ ਪੜ੍ਹ ਕੇ ਆਪਣੇ ਆਪ ਨੂੰ ਗਿਆਨੀ ਬਣਾਉਣਾ ਹੁੰਦਾ, ਗੁਰੂ ਵਰਗੇ ਗਿਆਨੀ।
ਥੈਂਕ ਯੂ ਜੀ, ਥੈਂਕ ਯੂ। ਗਿਆਨੀ ਧਰਮ ਸਿੰਘ ਜੀ, ਹਾਂਜੀ, ਤੁਹਾਡਾ ਕੀ ਵਿਚਾਰ ਹੈ ਇਸ ਬਾਬਤ ਜਿਹੜਾ ਅਸੀਂ ਕਰਦੇ ਹਾਂ ਨਾ, ਜਿਵੇਂ ਭਾਈ ਗਿਆਨੀ ਸੁੱਚਾ ਸਿੰਘ ਉਹਨਾਂ ਨੇ ਦੱਸਿਆ ਸਾਨੂੰ, ਤੇ ਜਿਹੜਾ ਸਾਡੀ ਆਦਤ ਬਣ ਗਈ ਹੈ, ਅਸੀਂ ਪੜ੍ਹ ਤਾਂ ਲੈਂਦੇ ਹਾਂ, ਜਿਵੇਂ ਸਵਈਏ ਮੈਂ ਕੋਟ ਕੀਤਾ ਸੀਗਾ, ਕੋ भूतान को पूजित है पस को मृतान को पूजन थायो, कूर क्रिया और जो सभी जगसी भगवान को फेर ना पायो, है नी? ते करी ਅਸੀਂ ਉਹੀ ਕੋਸ਼ਿਸ਼ ਜਾਂਦੇ ਆ। ਕੀ ਖਿਆਲ ਹੈ ਤੁਹਾਡਾ? ਬਹੁਤ ਸੋਹਣਾ ਦੱਸਿਆ ਡਾਕਟਰ ਪ੍ਰੋਫੈਸਰ ਸੁੱਚਾ ਸਿੰਘ ਜੀ ਹੋਰਾਂ ਨੇ। ਤੇ ਸੱਚਾਈ ਇਹੋ ਹੀ ਆ ਕਿ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਕਿ ਜਿਹੜਾ ਗੁਰੂ ਦੇ ਦਰਸ਼ਨ ਆ ਉਹ ਵੀ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹਨੂੰ ਸਮਝ ਕੇ ਤੇ ਜੀਵਨ ਚ ਧਾਰਨ ਕਰਨਾ ਹੀ ਪਰਪਜ ਆ। ਗੁਰੂ ਰਾਮਦਾਸ ਜੀ ਮਹਾਰਾਜ ਦੇ ਬੜੇ ਪਿਆਰੇ ਬਚਨਾਂ ਕਿ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਭਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਿ ਜਿਹੜੇ ਗੁਰੂ ਦੇ ਹੁਕਮ ਨੂੰ ਗੁਰੂ ਦੇ ਉਪਦੇਸ਼ ਨੂੰ ਸੱਚ ਕਰਕੇ ਮੰਨਦੇ ਨੇ ਉਹਨਾਂ ਦਾ ਹੀ ਗਾਇਆ ਸੁਣਿਆ ਪ੍ਰਵਾਨ ਆ। ਤੇ ਉਹ ਜਿਹੜਾ ਸੱਤ ਕਰਕੇ ਮੰਨਣ ਦਾ ਮਤਲਬ ਹੀ ਇਹ ਆ ਕਿ ਉਹਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਊਗਾ ਜੇ ਸੱਚ ਮੰਨਦਾ ਆ ਗੱਲ ਨੂੰ। ਤੇ ਜਿੱਥੋਂ ਤੱਕ ਇਕੱਲਾ ਵੀ ਬਾਣੀ ਪੜ੍ਹਨੀ ਜਿਹੜੀ ਆ ਬੜੀ ਜ਼ਰੂਰੀ ਆ, ਕਿਉਂਕਿ ਪੜ੍ਹਨ ਤੋਂ ਬਿਨਾਂ ਤੇ ਵਿਚਾਰ ਵੀ ਨਹੀਂ ਹੋਣੀ। ਪਰ ਇਹਦੇ ਨਾਲ ਇਹ ਆ ਵੀ ਪਰਪਸ ਸਾਡਾ ਜਿਹੜਾ ਨਾ ਮਕਸਦ ਇਹ ਹੋਣਾ ਚਾਹੀਦਾ ਕਿ ਗੁਰੂ ਕੇ ਉਪਦੇਸ਼ ਨੂੰ ਅਸੀਂ ਸਮਝਣਾ ਆ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਣਾ। ਹਾਂਜੀ, ਥੈਂਕ ਯੂ ਜੀ। ਡਾਕਟਰ ਕੁਲਵਿੰਦਰ ਸਿੰਘ ਜੀ। ਹਾਂਜੀ ਸਰ। ਹਾਂਜੀ ਸਰ, ਤੁਹਾਡਾ ਕੀ ਵਿਚਾਰ ਹੈ ਇਸ ਬਾਬਤ? ਹਾਂਜੀ ਸਰ, ਦੇਖੋ ਵੀ ਹਰ ਜਿਹੜਾ ਕੋਈ ਸ਼ਬਦ ਹੁੰਦਾ ਹੈ ਨਾ, ਜਦੋਂ ਅਸੀਂ ਉਹਦੇ ਅਰਥ ਕਰਦੇ ਹਾਂ, ਇੱਕ ਅਰਥ ਹੁੰਦਾ ਹੈ ਬਿਲਕੁਲ ਵਨ ਪੁਆਇੰਟਡ ਅਰਥ ਵੀ ਇਹੀ ਅਰਥ ਹੈ। ਦੂਸਰਾ ਹੁੰਦਾ ਅਸੀਂ ਉਹਨੂੰ ਜਦੋਂ ਰਿਲੈਕਸ ਹੋ ਕੇ ਉਹਦੇ ਅਰਥ ਲੈਂਦੇ ਆ ਤੇ ਉਹਦੇ ਮਲਟੀਪਲ ਅਰਥ ਨਿਕਲਦੇ ਆ। ਅਲੱਗ ਅਲੱਗ ਅਵਸਥਾਵਾਂ ਤੇ ਗੁਰਬਾਣੀ ਸਾਨੂੰ ਛੂੰਹਦੀ ਹੈ। ਇਸ ਤਰ੍ਹਾਂ ਦਾ ਨਾ, ਆਪ ਆਪਣੀ ਬੁੱਧ ਹੈ ਜੇਤੀ ਬਰਦ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਤਿਆ ਪ੍ਰਥਮ ਸੰਸਾਰਾ। ਸੋ ਗੁਰਬਾਣੀ ਉਹੀ ਹੈ। ਮੈਂ ਭਾਈ ਵੀਰ ਸਿੰਘ ਜੀ ਦੀ ਗੱਲ ਸ਼ੇਅਰ ਕਰਨੀ ਚਾਹਾਂਗਾ। ਭਾਈ ਵੀਰ ਸਿੰਘ ਜੀ ਕਹਿੰਦੇ ਹੈ ਕਿ ਮੈਂ ਜਦੋਂ ਮੈਨੂੰ ਅੰਦਰੋਂ ਨਾ ਵਿਚਾਰ ਉੱਠਿਆ ਪਰਮਾਤਮਾ ਦੀ ਕਿਰਪਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਕਰਾਂ। ਮੈਂ ਇਸ ਲਈ ਡਿਸਕਸ ਕਰ ਲਿਆ ਕਿ ਅਸੀਂ ਜਦੋਂ ਗੁਰਬਾਣੀ ਦੇ ਅਰਥ ਕਰਦੇ ਹਾਂ ਅਸੀਂ ਬਿਲਕੁਲ ਐਗਜ਼ੈਕਟ ਬੋਲਦੇ ਹਾਂ, ਪਰ ਇਹਦੇ ਚ ਐਗਜ਼ੈਕਟ ਹੋਣਾ ਵਿਸ਼ਵਾਸ ਵੀ ਹੋ ਸਕਦਾ ਹੈ ਤੇ ਉਹ ਸਾਡੀ ਹੋਮਾ ਹੀ ਨਾ ਕਿਧਰੇ ਹੋਵੇ। ਇਹ ਡਰ ਵੀ ਸਾਨੂੰ ਪ੍ਰੀਕਾਸ਼ਨਰੀ ਵੀ ਰਹਿਣਾ ਪੈਣਾ ਕਿ ਜੇ ਮੈਂ ਸੋਚਾਂ ਮੇਰੇ ਹੀ ਅਰਥ ਠੀਕ ਹੈ। ਸੋ ਦੋਨੋਂ ਚੀਜ਼ਾਂ ਦਾ ਗੁਰੂ ਤੇ ਭਰੋਸਾ ਅਸੀਂ ਪੂਰਾ ਕਰ ਸਕਦੇ ਹਾਂ, ਮਾਨ ਕਰ ਸਕਦੇ ਹਾਂ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਿਖਣੀ ਸ਼ੁਰੂ ਕਰਤੀ, ਉਹਨੇ ਅਰਥ ਲਿਖਣੇ ਸ਼ੁਰੂ ਕਰਤੇ। ਸੰਗਤਾਂ ਦੇ ਦਰਸ਼ਨ ਕਰਨ ਆਉਂਦੀਆਂ ਸਨ। ਭਾਈ ਵੀਰ ਸਿੰਘ ਜੀ ਨੇ ਹਫ਼ਤਾ 10 ਦਿਨ 15 ਦਿਨ ਨਾਲ ਦਰਸ਼ਨ ਦੇਣੇ ਬੰਦ ਕਰਤੇ। ਜਿਹੜੇ ਜਾਣ ਕਹਿੰਦੇ ਭਾਈ ਸਾਹਿਬ ਬਿਮਾਰ ਹੈ, ਭਾਈ ਸਾਹਿਬ ਬਿਮਾਰ ਹੈ। ਅਖੀਰ ਤੇ ਬੜੇ ਗੁਰਮੁਖ ਰੂਪ ਪਹੁੰਚੀ ਤੇ ਉਹਨੂੰ ਵੀ ਜਦੋਂ ਬਾਹਰਲੇ ਸੇਵਾਦਾਰਾਂ ਨੇ ਕਹਿਤਾ ਕਿ ਭਾਈ ਸਾਹਿਬ ਬਿਮਾਰ ਹੈ, ਉੱਠ ਕੇ ਚੱਲਣ ਲੱਗੇ ਤੇ ਭਾਈ ਵੀਰ ਸਿੰਘ ਜੀ ਨੇ ਸਿਆ ਦਿੱਤਾ ਕਿ ਉਹਨਾਂ ਨੂੰ ਬੁਲਾ ਲਿਆਓ। ਜਦੋਂ ਬਾਕੀ ਸਾਰੇ ਚਲੇ ਗਏ ਨਾ ਤੇ ਉਹਨਾਂ ਕੱਲਿਆਂ ਨੂੰ ਬੁਲਾ ਲਿਆਓ। ਭਾਈ ਸਾਹਿਬ ਨੇ ਅੰਦਰ ਬੁਲਾ ਰਿਹਾ ਤੇ ਭਾਈ ਸਾਹਿਬ ਬਿਲਕੁਲ ਠੀਕ ਠਾਕ। ਤੇ ਉਹ ਮੈਨੂੰ ਦੂਸਰੇ ਗੁਰਮੁਖਾਂ ਦਾ ਨਾਂ ਯਾਦ ਨਹੀਂ ਤੇ ਉਹ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਕਹਿੰਦੇ ਇੰਨੇ ਦਿਨਾਂ ਦੇ ਬਿਮਾਰ ਹੋ, ਤੁਸੀਂ ਠੀਕ ਠਾਕ ਹੋ? ਉਹ ਕਹਿਣ ਲੱਗੇ ਮੇਰੀ ਬਿਮਾਰੀ ਹੋਰ ਹੈ। ਬਿਮਾਰੀ ਕੀ ਹੈ? ਬਿਮਾਰੀ ਇਹ ਕਹਿਣ ਲੱਗੇ ਕਿ ਮੈਨੂੰ ਉਹ ਆਂਦਾ ਨਾ ਭਗਤ ਜੀ ਦਾ ਹਮੂ ਜੋ ਬੂਝਿਆ ਬੂਝਣਾ ਪੂਰੀ ਪਰੀ ਬੁਲਾਏ। ਕਬੀਰ ਜਦੋਂ ਕੁਛ ਜਾਣਿਓ ਨਹੀਂ ਤੈਨੂੰ ਸੁਖ ਨੀਂਦ ਵੇ ਆਏ। ਕਹਿੰਦੇ ਉਹਨਾਂ ਨੂੰ ਸੁੱਖ ਦੀ ਨੀਂਦਰ ਆਉਂਦੀ ਜਿਹਨਾਂ ਨੂੰ ਕੁਝ ਪਤਾ ਨਹੀਂ, ਪਰ ਜਦੋਂ ਸਮਝ ਆਉਂਦੀ ਹੈ ਤੇ ਜ਼ਿੰਮੇਵਾਰੀ ਮਨ ਤੇ ਪੈ ਜਾਂਦੀ ਹੈ। ਭਾਈ ਸਾਹਿਬ ਕਹਿਣ ਲੱਗੇ ਮੈਨੂੰ ਤੇ ਇਹ ਮੇਰੀ ਇਹ ਹਾਲਤ ਹੈ ਕਿ ਜਿਸ ਤਰ੍ਹਾਂ ਕਿਸੇ ਨੂੰ ਮੱਲਾ ਬੇੜੀ 'ਚ ਬਿਠਾ ਕੇ ਸਮੁੰਦਰ ਦੇ ਅੱਧ ਵਿਚਕਾਰ ਜਾ ਕੇ ਨਾ ਤੇ ਆਪ ਗਾਇਬ ਹੋ ਜਾਵੇ ਤੇ ਚੱਪੂ ਵੀ ਨਾ ਬੇੜੀ 'ਚ ਹੋਵੇ ਤੇ ਉਹ ਜਾਵੇ ਕਿੱਧਰ। ਉਹ ਕਹਿਣ ਲੱਗੇ ਮੈਨੂੰ ਚਾਨਣਾ ਬਹੁਤ ਹੈ ਕੀ ਹੈ। ਭਾਈ ਸਾਹਿਬ ਕਹਿਣ ਲੱਗੇ ਮੈਂ ਗੁਰਬਾਣੀ ਦੇ ਅਰਥ ਲਿਖਦਾ ਵਾਂ ਬੜੀ ਖੁਸ਼ੀ ਨਾਲ ਕਿ ਮੈਂ ਆਪਣੀ ਮੈਡੀਟੇਸ਼ਨ ਪੈਂਦਾ ਜੋ ਅਰਥ ਕਰਦੇ ਆ ਸਾਰਾ ਦਿਨ ਮੈਂ ਅਰਥ ਲਿਖਦਾ ਰਹਿਣਾ ਵਾਂ। ਜਦੋਂ ਮੈਂ ਰਾਤ ਨੂੰ ਬਹਿੰਦਾ ਵਾਂ ਉਹਦੇ ਅਰਥ ਬਦਲ ਜਾਂਦੇ। ਦੂਜੇ ਦਿਨ ਫਿਰ ਲਿਖਦਾ ਵਾਂ, ਤੀਸਰੇ ਦਿਨ ਫਿਰ ਬਦਲ ਜਾਂਦੇ ਆ। ਕਹਿੰਦੇ ਮੇਰੇ ਕੋਲ ਇੱਕ ਪੰਕਤੀ ਦੇ ਅਰਥ ਨਹੀਂ ਹੋ ਰਹੇ। ਸੋ ਗੁਰੂ ਗ੍ਰੰਥ ਸਾਹਿਬ ਖਾਸ ਹੋ ਗਿਆ। ਵੈਰੀ ਇੰਟਰਸਟਿੰਗ, ਥੈਂਕ ਯੂ ਫॉर ਸ਼ੇਅਰਿੰਗ ਦੈਟ। ਹਾਂਜੀ, ਤੇ ਡਾਕਟਰ ਵਾਸੂ ਤੁਹਾਨੂੰ ਆਵਾਜ਼ ਸੁਣ ਰਹੀ ਮੇਰੀ? ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਆਵਾਜ਼ ਆ ਰਹੀ ਹੈ। ਤੁਸੀਂ ਹੁਣ ਆਪਣੇ ਵਿਚਾਰ ਦੱਸੋ ਜਰਾ। ਨਹੀਂ, ਮੈਂ ਤਾਂ ਨਾ
हाँ जी, हेलो डॉक्टर वासु, फिर डिस्कनेक्ट हो जाता है। कोई नहीं, कोशिश करो जिन्ना हो सके। मैं तो उन्हां दियां भाषावां नोट कीतियां सी बई किते तां संस्कृत वरतदे ने। हेलो, हाँ जी, हाँ जी, आवाज आ रही है? सुन रहे हैं, हाँ जी, आ रही है आवाज। अच्छा जी, इस तरह कि मैं नोट किया सी भी गुरु नानक साहब जो दुनिया विच लोकां च बोलदे ने ते ओ जिहड़ी भाषा संत भाषा है सारी, जिहड़ी आम तौर पे उत्तरी हिंदुस्तान दे इलाकिਆਂ 'ਚ बोली जाती सी, सांझी भाषा सी। हाँ जी, जिवें उन्हां दे जिद्दां हाँ जी, आवाज फिर बंद हो गई। दिस इज कनेक्शन प्रॉब्लम ओवर देयर। हाँ जी, हाँ जी, कनेक्ट होती है। या चलो कोई गल नहीं। डॉक्टर जसप्रीत कौर जी, तुसी अपने विचार दसो इस पासे। दिवस रात, हाँ जी, हाँ जी, करो गल। हाँ जी, कोई भी उन्हां दे शब्द आपां लाइन पढ़दे हां, ओहदे विच ही हिंदी आ जांदी है, विच ही उर्दू फारसी दे शब्द आ जांदे ने। जिवें मैं मिसाल दे रहा कि पवन गुरु पानी पिता माता धरत महत, हुण पवन हिंदी दा शब्द है। दिवस रात दो दाई दाया खेले सगल जगत, हुण दिवस फिर हिंदी दा आ गया, फिर जगत फिर हिंदी दा आ गया। पहले हाँ जी, hello. I think that's a big problem, unfortunately, today, which is beyond our control. चलो, तुसी अपने विचार साझे करो। पाटिया साहब, are you there? पाटिया साहब, अच्छा चलो कोई गल नहीं। ਆਪਾਂ ਉਹਨਾਂ ਦੀ ਵੀ ਆਵਾਜ਼ ਨਹੀਂ ਆ ਰਹੀ ਤੇ ਗਿਆਨੀ ਸੁੱਚਾ ਸਿੰਘ ਜੀ, ਤੁਸੀਂ ਆਪਣੇ ਵਿਚਾਰ ਹੋਰ ਇਸ ਬਾਬਤ ਕੋਈ ਸਾਂਝੇ ਕਰੋ। ਹਾਂਜੀ, ਹੁਣ ਜੀ ਮੈਂ ਨਾ ਉਸ ਪੁਆਇੰਟ ਤੋਂ ਲੈ ਰਿਹਾ ਜਿੱਥੋਂ ਆਪਣੇ ਡਾਕਟਰ ਰਜਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਸੀ ਜੀ, ਭਾਈ ਵੀਰ ਸਿੰਘ ਹੋਰਾਂ ਦੀ ਐਗਜ਼ਾਮਪਲ ਦੇ ਕੇ ਕੀਤੀ ਸੀ ਨਾ ਜੀ। ਹਾਂਜੀ ਹਾਂਜੀ, ਸੋ ਵੀਰ ਜੀ ਉੱਥੇ ਨਾ ਇੱਕ ਪ੍ਰੋਬਲਮ ਬਹੁਤ ਵੱਡੀ ਆ ਜਾਂਦੀ ਹੈ ਇਸ ਖਿਆਲ ਦੇ ਵਿੱਚ। ਜੇ ਅਸੀਂ ਇਸ ਖਿਆਲ ਨੂੰ ਲੈ ਕੇ ਚੱਲ ਪਈਏ ਜਿਹੜਾ ਭਾਈ ਵੀਰ ਸਿੰਘ ਹੋਰਾਂ ਨੇ, ਜਾਣੀ ਇਹ ਹੈ ਤੇ ਵੈਸੇ ਬਹੁਤੀਆਂ ਗੱਲਾਂ ਤੇ ਜੀ ਦੰਦ ਕਥਾਵਾਂ ਹੁੰਦੀਆਂ ਵਿੱਚ, ਨੰਬਰ 1 ਤੇ ਵੀ ਲੈ ਕੇ ਚੱਲਣਾ ਚਾਹੀਦਾ। ਤੇ ਮਤਲਬ ਰਿਐਲਿਟੀ ਕਿੰਨੀ ਆ ਵੀ ਡੋਂਟ ਨੋ। ਜੇਕਰ ਉਹ ਭਾਈ ਸਾਹਿਬ ਪਹਿਲਾਂ ਹੀ ਇਹ ਗੱਲ ਕਹਿ ਦਿੰਦੇ ਆ ਕਿ ਮੇਰੇ ਅੱਜ ਅਰਥ ਹੋਰ ਕੱਲ ਨੂੰ ਬਦਲ ਜਾਂਦੇ, ਦੈਟ ਮੀਨਸ ਕਿ ਜਿਹੜੇ ਅੱਜ ਲਿਖੇ ਉਹ ਕੱਲ ਨੂੰ ਗਲਤ ਹੈ, ਉਹਨਾਂ ਦੇ ਹਿਸਾਬ ਦੇ ਨਾਲ ਹੀ ਗਲਤ ਆ ਫਿਰ ਉਹ। ਠੀਕ ਹੈ ਜੀ, ਇਹ ਮੈਨੂੰ ਮਤਲਬ ਡੋਂਟ ਟੇਕ ਮੀ ਰੋਂਗ। ਜੇਕਰ ਜੇ ਗੁਰੂ ਦੇ ਖਿਆਲ ਲਓਗੇ ਤੇ ਗੁਰੂ ਨੇ ਤਾਂ ਇੱਕੋ ਹੀ ਖਿਆਲ ਤੋਂ ਬਾਣੀ ਲਿਖੀ ਹੋਏਗੀ। ਉਹ ਵੱਖਰੀ ਗੱਲ ਹੈ ਕਿ ਸਾਨੂੰ ਸਮਝ ਨਹੀਂ ਆਈ ਹੋਗੀ, ਜਾਂ ਮੈਨੂੰ ਨਹੀਂ ਸਮਝ ਆਈ, ਜਾਂ ਕਿਸੇ ਟਾਈਮ ਤੇ ਭਾਈ ਵੀਰ ਸਿੰਘ ਜੀ ਨੂੰ ਨਹੀਂ ਸਮਝ ਆਈ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੂੰ ਵੀ ਹੋ ਸਕਦਾ ਕਈ ਜਗ੍ਹਾ ਤੇ ਨਾ ਗੱਲਾਂ ਸਮਝ ਆਈਆਂ ਹੋਣ। ਹੁਣ ਸਾਡੇ ਕੋਲ ਜਿਹੜਾ ਦਾ ਬੈਸਟ ਸੋਰਸ ਹੈਗਾ ਨਾ ਜੀ ਗੁਰਬਾਣੀ ਦੀ ਸਮਝ ਦਾ, ਉਹ ਹੈਗਾ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦਾ। ਅਸੀਂ ਇਹਦੇ ਤੇ ਰਿਲਾਈ ਕਰਦੇ ਹਾਂ, ਜੋ ਕੁਝ ਵੀ ਅਸੀਂ ਅਰਥ ਕਰਦੇ ਹਾਂ ਉਹ ਇਹਦੇ ਵਿੱਚੋਂ ਪੜ੍ਹ ਕੇ ਕਰਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਲੇਕਿਨ ਉਹਦੇ ਵਿੱਚ ਵੀ ਕਈ ਜਗ੍ਹਾ ਤੇ ਗੱਲਾਂ ਐਸੀ ਨਿਕਲ ਆਉਂਦੀਆਂ, ਉਹ ਸਾਰੀਆਂ ਗੱਲਾਂ ਇੱਕ ਬੰਦੇ ਦੀ ਪਕੜ 'ਚ ਆ ਵੀ ਨਹੀਂ ਸਕਦੀਆਂ, ਉਹਦੇ ਬਾਅਦ 'ਚ ਦੋ ਰਾਏ ਨਹੀਂ ਹੈਗੀ। ਲੇਕਿਨ ਅਸੀਂ ਜੇਕਰ ਕਹਿ ਦਈਏ ਕਿ ਇਹਦਾ ਅਰਥ ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਉੱਥੇ ਫਿਰ ਤਾਂ ਕਨਫਿਊਜ਼ਨ ਹੈ ਨਾ ਜੀ। ਏਦਾਂ ਹੀ ਮਸਕੀਨ ਜੀ ਦੀ ਮੈਂ ਪਹਿਲਾਂ ਸੁਣਦਾ ਹੁੰਦਾ ਸੀ, ਹੁਣ ਤੇ ਬਹੁਤ ਦੇਰ ਤੇ ਛੱਡਿਆ ਉਹਨਾਂ ਨੂੰ ਸੁਣਨਾ ਬਹੁਤ। ਜਦੋਂ ਸੁਣ ਕੇ ਸਮਝ ਲੱਗਦੀ ਕਿ ਇਹ ਤਾਂ ਗੱਲੇ ਕੁਛ ਹੋਰ ਸੀਗੀ। ਤੇ ਉਹ ਮਤਲਬ ਕਿ ਉਸ ਪਾਸੇ ਹੁਣ ਉਸ ਪੁਆਇੰਟ ਤੇ ਜਾਣਾ ਵੀ ਨਹੀਂ ਚਾਹੁੰਦਾ ਕਿ ਜਪਜੀ ਸਾਹਿਬ ਦੀ ਜਿਹੜੀ ਪਹਿਲਾਂ ਵਿਆਖਿਆ ਕੀਤੀ ਹੋਈ ਸੀ ਉਹਨਾਂ ਨੇ ਕੈਸੇਟਸ ਦੇ ਵਿੱਚ, ਉਹਦੇ ਵਿੱਚ ਕੁਝ ਹੋਰ ਗੱਲਾਂ ਸੀ, ਤੇ ਜਿਹੜੀ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਕੀਤੀ, 8-10 ਸਾਲ ਬਾਅਦ, ਉਹਦੇ ਵਿੱਚ ਬਿਲਕੁਲ ਉਹਦੇ ਤੋਂ ਉਲਟ ਗੱਲਾਂ ਵੀ ਵਿੱਚੋਂ ਲੱਭਦੀਆਂ, ਬਿਲਕੁਲ ਉਲਟ। ਠੀਕ ਹੈ ਜੀ। ਤੋ ਜਾਣੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗੁਰਬਾਣੀ ਦੇ ਵਿੱਚ ਜਿਹੜਾ ਗੁਰੂ ਨੇ ਖਿਆਲ ਦਿੱਤਾ ਨਾ ਜੀ, ਉਹ ਨਹੀਂ ਉਹਨੇ ਦੋ ਤਰ੍ਹਾਂ ਦਾ ਖਿਆਲ ਦਿੱਤਾ ਹੁੰਦਾ। ਉਹ ਵੱਖਰੀ ਗੱਲ ਹੈ ਕਿ ਸਾਨੂੰ ਸਮਝ ਨਾ ਲੱਗੀ ਹੋਵੇ। ਜਿਹੜੇ ਲਫ਼ਜ਼ਾਂ ਦੀ ਗੱਲ ਹੈ, ਜਿੱਥੇ ਲੈਂਗੁਏਜ ਦੀ ਗੱਲ ਆਉਂਦੀ ਹੈ, ਵੀ ਡਿਫਰੈਂਟ ਲੈਂਗੁਏਜਸ ਹੈਗੀਆਂ ਉੱਥੇ। ਲੇਕਿਨ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਤੇ ਜੀ 7 ਭਾਸ਼ਾਵਾਂ ਦੇ ਮਾਹਿਰ ਸੀਗੇ, ਐਕਸਪਰਟ ਸੀਗੇ। ਸਾਨੂੰ ਤੇ ਹਿੰਦੀ, ਪੰਜਾਬੀ, ਅੰਗਰੇਜ਼ੀ ਆ 2-4 ਆਉਂਦੀਆਂ ਮਾੜੀਆਂ ਮੋਟੀਆਂ, ਲੇਕਿਨ ਉਹ ਤੇ ਐਕਸਪਰਟ ਸੀਗੇ 7 ਭਾਸ਼ਾਵਾਂ ਦੇ।
ਉਹਨਾਂ ਨੇ ਜਿਹੜੀ ਜੋ ਗੱਲ ਕੀਤੀ ਹੈ ਬਹੁਤ ਘੋਖ ਪੜਤਾਲ ਕੇ ਕੀਤੀ ਹੈ, ਔਰ ਉਹਨਾਂ ਨੇ ਸਾਰੇ ਦੇ ਸਾਰੇ ਸੰਪਰਦਾਇ ਟੀਕੇ ਵੀ ਪੜ੍ਹ ਕੇ ਸਾਹਮਣੇ ਰੱਖ ਕੇ ਫਿਰ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਦਿੱਤੇ ਸੀਗੇ। ਤੇ ਬਾਕੀ ਜਿੱਥੇ ਤੱਕ ਗੱਲ ਹੈ ਵੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਵੀ ਕਿਸ ਪੁਆਇੰਟ ਤੋਂ ਅਸੀਂ ਕਹਿ ਰਹੇ ਹੁੰਦੇ ਆ ਕਿ ਵੀ ਜਿਹੜੀ ਅਰਥ ਜਿਹੜਾ ਨਾ ਹੋਰ ਹੋ ਜਾਂਦਾ ਹੈ। ਇਹ 'ਚ ਕੋਈ ਸ਼ੱਕ ਨਹੀਂ ਜੀ, ਇਹ 'ਚ ਕੋਈ ਸ਼ੱਕ ਨਹੀਂ। ਅਸੀਂ ਵੀ ਹੁਣ ਪੜ੍ਹਦੇ ਹਾਂ, ਕਿੰਨੀ ਦੇਰ ਤੋਂ ਪੜ੍ਹਾ ਰਹੇ ਹਾਂ, ਗੁਰਬਾਣੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਪੜ੍ਹਾਉਣ ਦੀ, ਤੇ ਕਈ ਗੱਲਾਂ ਤੇ ਐਸੀਆਂ ਲੱਭਦੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਜਗ੍ਹਾ ਤੇ ਪਾਦਛੇਦ ਕਰਨ ਵੇਲੇ ਹੀ ਗਲਤੀ ਕਰ ਛੱਡੀ ਹੋਈ ਹੈ। ਬਹੁਤ ਸਾਰੀਆਂ ਜਿਹੜੀਆਂ ਹਿਊਮਨ ਏਰਰਸ ਹੈਗੀਆਂ, ਮੰਗਲਾਚਰਨ ਜਿਹਨੂੰ ਕਹਿੰਦੇ ਅਸੀਂ, ਉਹਦੇ ਦੇਖ ਲਓ ਤੁਸੀਂ, ਕਈ ਜਗ੍ਹਾ ਤੇ ਹੈਡਿੰਗ ਤੋਂ ਪਹਿਲਾਂ ਲਿਖਿਆ ਹੋਇਆ, ਕਈ ਜਗ੍ਹਾ ਤੇ ਹੈਡਿੰਗ ਤੋਂ ਬਾਅਦ ਹੈ। ਲੇਕਿਨ ਦੂਜੇ ਪਾਸੇ ਤੁਸੀਂ ਇਹ ਵੀ ਦੇਖ ਲਓ ਕਿ ਜਦੋਂ ਅਸੀਂ ਕਹਿੰਦੇ ਹਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਦੋਂ ਅਸੀਂ ਨਹੀਂ ਬਦਲ ਦਿੰਦੇ। ਦੱਸੋ ਕਿੰਨੇ ਸਿੱਖ, ਤੁਸੀਂ ਹੁਣ ਸੋਚ ਕੇ ਦੇਖ ਲੈਣਾ, ਆਪਣੇ ਵੱਲ ਵੀ ਦੇਖਣਾ, ਤੇ ਜਿੰਨਿਆਂ ਕੁ ਨੂੰ ਤੁਸੀਂ ਅੱਜ ਤੱਕ ਸੁਣਿਆ ਹੋਵੇ ਇੰਨੀ ਉਮਰ ਤੱਕ, ਉਹਨਾਂ ਦੇ ਵਿੱਚ ਦੇਖਣਾ ਕਿ ਕਿਹੜਾ ਬੰਦਾ ਕਹਿ ਰਿਹਾ ਸੀਗਾ ਇੱਕ ਓਂਕਾਰ ਸਤ ਗੁਰ ਪ੍ਰਸਾਦ, ਜਦ ਕਿ ਬਾਕੀ ਦੇ ਜਿੰਨੇ ਸਰੂਪ ਹੈ ਮੰਗਲਾਚਰਨ ਦੇ, ਉਹਨਾਂ ਦੇ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ ਕਿ ਸਤ ਦੈਨ ਐਂਡ ਤੇ ਜਾ ਕੇ ਗੁਰ ਪ੍ਰਸਾਦ। ਜਿਸ ਵੇਲੇ ਸ਼ਾਰਟੈਸਟ ਵਰਜਨ ਅਸੀਂ ਪੜ੍ਹਦੇ ਹਾਂ, ਉਸ ਵੇਲੇ ਇਹ ਗਲਤੀ ਕਰੀ ਜਾਂਦੇ ਆ ਕਿ ਓਂਕਾਰ ਸਤਿਗੁਰ ਪ੍ਰਸਾਦ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਤੋਂ ਵੀ ਇਹ ਗਲਤੀ ਹੋਈ ਹੈ, ਉਹਨਾਂ ਦੇ ਵੀ ਅਰਥ ਉਹਦੇ ਇਸ ਤਰ੍ਹਾਂ ਕੀਤੇ ਹੈ, ਸੱਚੇ ਗੁਰੂ ਦੀ ਕਿਰਪਾ ਦੇ ਨਾਲ ਨਹੀਂ। ਪਰਮਾਤਮਾ ਇੱਕ ਹੈ, ਉਹ ਪਰਮਾਤਮਾ ਸੱਤ ਹੈ। ਜਿਸ ਤਰ੍ਹਾਂ ਇੱਕ ਓਂਕਾਰ ਸਤਨਾਮ, ਇਸੇ ਤਰ੍ਹਾਂ ਇੱਕ ਓਂਕਾਰ ਸਤ, ਦੈਨ ਉਹ ਸਤ ਜਿਹੜਾ ਉਹਨੂੰ ਗੁਰਪ੍ਰਸਾਦ ਦੇ ਨਾਲ ਪਾਉਣਾ ਹੁੰਦਾ। ਮਤਲਬ ਤੇ ਇਹ ਸੀਗਾ ਤੇ ਉਹ ਜਿਹੜਾ ਇਹ ਪ੍ਰੋਨਾਂਸੀਏਸ਼ਨ ਦੇ ਵਿੱਚ ਤੇ ਉਹਦੀ ਪਾਦਛੇਦ ਦੇ ਵਿੱਚ ਸ਼ੁਰੂ ਤੋਂ ਹੀ ਗਲਤੀ ਹੋ ਚੁੱਕੀ ਹੈ, ਤੇ ਉਹਨੂੰ ਅਸੀਂ ਰਿਪੀਟਡਲੀ ਪੜ੍ਹੀ ਜਾਂਦੇ, ਨਾ ਅਸੀਂ ਉਧਰ ਧਿਆਨ ਦਿੰਦੇ ਕਦੇ ਵੀ। ਇਸ ਤਰ੍ਹਾਂ ਦੀਆਂ ਜੀ ਬਹੁਤ ਸਾਰੀਆਂ ਹੋਰ ਗੱਲਾਂ ਹੈਗੀਆਂ। ਆਪ ਟਾਕ ਗਿਆ ਜੀ। ਦੈਟਸ ਵੈਰੀ ਇੰਟਰਸਟਿੰਗ ਆਬਜ਼ਰਵੇਸ਼ਨ। ਗਿਆਨੀ ਧਰਮ ਸਿੰਘ ਜੀ, ਤੁਹਾਡਾ ਕੀ ਵਿਚਾਰ ਇਸ ਬਾਬਤ? ਮੈਂ ਇਹਨਾਂ ਨਾਲ ਸਹਿਮਤ ਹਾਂ ਪ੍ਰੋਫੈਸਰ ਸੁੱਚਾ ਸਿੰਘ ਜੀ ਹੋਰਾਂ ਨਾਲ, ਕਿਉਂਕਿ ਜਿਹੜੇ ਗੁਰਬਾਣੀ ਦੇ ਲਗਾਮਾਤਰੀ ਨਿਯਮ ਆ ਨਾ, ਜਿਹਨੂੰ ਗੁਰਬਾਣੀ ਵਿਆਕਰਨ ਕਿਹਾ ਜਾਂਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੀ ਮਿਹਨਤ ਕਰਕੇ ਤੇ ਉਹ ਤਿਆਰ ਕੀਤੀ ਸੀ, ਔਰ ਉਹਨਾਂ ਨੇ ਫਿਰ ਉਸੇ ਦੇ ਆਧਾਰ ਤੇ ਜਿਹੜਾ ਟੀਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ। ਤੇ ਇਹ ਗੱਲ ਫਿਰ ਉੱਥੇ ਹੀ ਆਉਂਦੀ ਹੈ ਵੀ ਨਾ ਉਹਨਾਂ ਨੇ ਦਾਅਵਾ ਕੀਤਾ ਕਿ ਮੈਂ ਪਰਫੈਕਟ ਹਾਂ, ਤੇ ਨਾ ਹੀ ਕੋਈ ਕਰ ਸਕਦਾ। ਗਲਤੀਆਂ ਹਰ ਇੱਕ ਕੋਲ ਹੋ ਸਕਦੀਆਂ, ਪਰ ਜਿੰਨੇ ਹੁਣ ਤੱਕ ਟੀਕੇ ਹੋਏ ਉਹਨਾਂ ਦੇ ਵਿੱਚ ਸਭ ਤੋਂ ਪਰਫੈਕਟ ਪ੍ਰੋਫੈਸਰ ਸਾਹਿਬ ਸਿੰਘ ਜੀ ਵਾਲਾ ਹੀ ਮੰਨਿਆ ਜਾਂਦਾ। ਤੇ ਇਸ ਕਰਕੇ ਕਿਉਂਕਿ ਇੱਕ ਗੱਲ ਹੋਰ ਵੀ ਆ ਵੀ ਜਿਹੜੀ ਅਰਥਾਂ ਦੀ ਵੀ ਬਦਲਦੇ ਆ ਅਰਥ, ਕਿਉਂਕਿ ਗੁਰਬਾਣੀ ਦੇ ਵਿੱਚ ਹੀ ਗੁਰਬਾਣੀ ਦੀ ਵਿਆਖਿਆ ਮਿਲ ਜਾਂਦੀ ਆ। ਜਿਹੜੇ ਇੱਕ ਥਾਂ ਤੇ ਗੱਲ ਕਹੀ ਆ, ਕਿਉਂਕਿ ਇੰਨਾ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ, ਤੇ ਉਹਦੇ ਦੂਸਰੇ ਥਾਂ ਤੇ ਕਿਤੇ ਨਾ ਕਿਤੇ ਉਸੇ ਹੀ ਜਿਹੜਾ ਹੈਗਾ ਸਿਧਾਂਤ, ਉਹਨੂੰ ਵਿਆਖਿਆ ਕੀਤੀ ਗਈ ਆ, ਕਿਤੇ ਖੋਲਿਆ ਗਿਆ, ਕਿਤੇ ਨਾ ਕਿਤੇ ਉਹਦਾ ਦੁਬਾਰਾ ਕੀਤਾ ਹੋਇਆ। ਕਿਉਂਕਿ ਗੁਰਮਤ ਦੇ ਸਿਧਾਂਤ ਬੜੇ ਪਰਪੱਕ ਨੇ, ਬੜੇ ਪਰਫੈਕਟ ਨੇ, ਉਹ ਬਦਲਦੇ ਨਹੀਂ ਆ। ਇੰਟਰਸਟਿੰਗ, ਥੈਂਕ ਯੂ। ਡਾਕਟਰ ਜਸਪ੍ਰੀਤ ਕੌਰ, ਤੁਸੀਂ ਜਰਾ ਆਵਾਜ਼ ਸੁਣ ਰਹੀ ਤੁਹਾਨੂੰ ਮੇਰੀ? ਡਾਕਟਰ ਜਸਪ੍ਰੀਤ ਕੌਰ, ਡਾਕਟਰ ਜਸਪ੍ਰੀਤ ਜੀ ਤੁਹਾਨੂੰ ਆਵਾਜ਼ ਸੁਣ ਰਹੀ ਹੈ? ਅੱਛਾ, ਉਹਨਾਂ ਨੂੰ ਆਵਾਜ਼ ਨਹੀਂ ਸੁਣ ਰਹੀ। ਪਾਟਿਆ ਸਾਹਿਬ, ਤੁਸੀਂ ਆਪ ਵੇਅਰ ਆਰ ਯੂ? ਉਹਨਾਂ ਨੇ ਜੀ ਮਿਊਟ ਕੀਤਾ ਹੋਇਆ ਜੀ, ਉਹਨਾਂ ਨੇ ਆਪਣੇ ਆਪ ਨੂੰ, ਉਹਨਾਂ ਨੂੰ ਆਖੋ ਕਿ ਅਨਮਿਊਟ ਕਰਨ ਆਪਣੇ ਆਪ ਨੂੰ। ਇਧਰ ਮੇਰੇ ਕੋਲ ਕੋਈ ਹੈ ਨਹੀਂ ਪ੍ਰੋਵੀਜ਼ਨ ਅਨਮਿਊਟ ਕਰਨ ਦੀ, ਹੈ ਨਹੀਂ। ਤੇ ਹੁਣ ਤੁਸੀਂ ਬੋਲ ਕੇ ਕਹੋ, ਲੇਕਿਨ ਸ਼ੀ ਕੈਨ ਲਿਸਨ ਟੂ ਯੂ। ਡਾਕਟਰ ਜਸਪ੍ਰੀਤ ਕੌਰ ਜੀ, ਅਨਮਿਊਟ ਕਰੋ ਆਪਣੇ ਆਪ ਨੂੰ। ਜਸਪ੍ਰੀਤ ਕੌਰ, ਅਨਮਿਊਟ ਕਰੋ ਆਪਣੇ ਆਪ ਨੂੰ। ਹੈਲੋ, ਆ ਗਈ ਆਵਾਜ਼। ਜਿੰਨੇ ਹੋਰ ਨਹੀਂ ਰਹੇ ਜੀ, ਨਹੀਂ ਸੁਣ ਨਹੀਂ ਰਹੇ। ਚਲੋ, ਪਾਟਿਆ ਸਾਹਿਬ ਤੁਸੀਂ ਆਯੂ ਦੇ? ਡਾਕਟਰ ਵਾਸੂ ਵੀ ਨਹੀਂ ਹੈ ਇੱਥੇ, ਹੈ ਅੱਜ? ਜਾਂ ਪਾਟਿਆ ਸਾਹਿਬ ਵੀ ਨਹੀਂ ਹੈਗੇ ਜੀ ਇਸ ਵੇਲੇ। ਹਾਂ, ਤੁਸੀਂ ਆਪਣੇ ਜਗਦੀਸ਼ ਜੀ, ਤੁਸੀਂ ਕੋਈ ਕमेंट करने होने थे कि गुरु ग्रंथ साहब की जो ये बहुत बड़ा महासागर है, ये ग्रंथ में जितने भी विस्तार में अगर हम जाए तो ये थोड़ी बहुत शब्दों में हम उसकी व्याख्या तो नहीं कर सकते जो हम लोगों को जानकारी होती है, लेकिन जिसम से उसमें के जो सार चीजें हैं उनको स्कूलों में बच्चों के पाठ्यक्रमों में पढ़ाई जानी चाहिए। और ये जो जहाँ गुरुद्वारों में गुरु ग्रंथ साहिब के लोग पढ़ते हैं या विज्ञानियों के द्वारा उनकी जो वाणियों को शब्द कीर्तन के माध्यम से हम श्रवण करते हैं,
जिसको सुन करके हमारा जो ये शरीर में एक अद्भुत अनुभूति होता है, सुख का अनुभूति होता है। जब हम शब्द कीर्तन को सुनते हैं तो हमारी मन और शरीर में एक सुकून, एक शांति, और उसमें एक वाणी भी है कि दुख रोग संताप उतरे उतरे सच्ची वाणी। तो मैं ये महसूस करता हूँ कि जब भी मैं गुरुद्वारे का शब्द कीर्तन सुनता हूँ या और भी कोई सुनते हैं, तो मुझे लगता है कि ये हम एक ऐसी अलौकिक सच्चे गुरु की उस वाणी को सुन रहे हैं जिससे हमारी मन को एक अनुभव होता है जिसको हम व्याख्या नहीं कर सकते, जो शरीर को सुकून देता है, आत्मा को सुकून देता है। और ऐसी वाणी मैं सोचता हूँ दुनिया के किसी धर्म ग्रंथों में कोई ऐसे जो उनके जो मंदिर मस्जिद के जो उसमें होता है, ये हमको ऐसा समझ में नहीं आता है। लेकिन जो गुरु का जो कीर्तन है, गुरु के घर से जो गुरबानी हम जो सुनते हैं, इसमें जो हम जो श्रवण करते हैं, ये मानवता को जोड़ने के लिए और इंसान के जीवन के मुक्ति का एक मार्ग है, जिसको गुरुओं ने, पहले गुरु से लेकर के दसम पिता तक गुरु ग्रंथ साहिब बना करके हमें ये जो सौंपा है, ये हमारे लिए ईश्वर का वरदान है और इसको हमें जन जन तक लेके जाना चाहिए। तभी हम ऐसे संसार के लोगों को हम एक सच्चे रास्ते में, सच्चे मार्ग में जा सकते हैं। थैंक यू जी। देखो मेरे पर्सनल ਲੈਵਲ ਤੇ ਜਿਵੇਂ ਹੁਣ ਜਪਜੀ ਸਾਹਿਬ ਦੀ ਹੈ, ਪਹਿਲਾਂ ਵੀ ਅਸੀਂ ਜਦੋਂ ਕਹਿੰਦੇ ਸੋਚਣਾ ਹੋਵੇ, ਬੜਾ ਚਿਰ ਮੈਂ ਇਹੀ ਸੋਚਦਾ ਰਿਹਾ ਕਿ ਵੀ ਸੋਚਣ ਦੇ ਨਾਲ ਕੁਝ ਨਹੀਂ ਹੁੰਦਾ, ਹਾਂਜੀ ਜਿੱਦਾਂ ਮਰਜ਼ੀ ਸੋਚੀ ਜਾਓ। ਪਰ ਹੌਲੀ ਹੌਲੀ ਬਾਅਦ ਚ ਜਦੋਂ ਭਾਈ ਸਾਹਿਬ ਸਿੰਘ ਦੀ ਬੜੀ ਪੁਸਤਕ ਵਿਆਖਿਆ ਤੇ ਆਪ ਸ਼ਬਦ ਸੁਣੇ, ਜਿਵੇਂ ਗਿਆਨੀ ਸੁੱਚਾ ਸਿੰਘ ਹੁਣੀ ਸਾਨੂੰ ਕਰਾਉਂਦੇ ਨੇ, ਸੁਖਮਨੀ ਸਾਹਿਬ ਦੇ ਅਰਥ ਕਰਾਏ ਤੇ ਹੋਰ ਇਸ ਤਰ੍ਹਾਂ ਹੋਰਨਾਂ ਲੋਕਾਂ ਦੇ ਸੁਣੇ, ਹੌਲੀ ਹੌਲੀ ਪਤਾ ਲੱਗਿਆ ਵੀ ਇਹ ਸੋਚਾ ਨਹੀਂ, ਇਹਦਾ ਸ਼ੌਚ ਹੈ, ਜਿਹਦਾ ਮਤਲਬ ਪਿਓਰਿਟੀ ਐਸਪੈਕਟ ਹੈ, ਉਹਦੀ ਗੱਲ ਹੋ ਰਹੀ ਹੈ, ਨਾ ਕਿ ਸੋਚਣ ਦੀ ਗੱਲ ਹੋ ਰਹੀ ਹੈ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ, ਹੁਣ ਉਹ ਜਿਹੜੀ ਕੰਪਰੀਹੈਂਸ਼ਨ ਹੈ ਉਹ ਠੀਕ ਹੈ, ਗੁਰੂ ਮਹਾਰਾਜ ਨੇ ਤਾਂ ਕਹਿ ਦਿੱਤਾ ਵੀ ਸ਼ੌਚਾਲਿਆ ਜਾਂ ਸੋਚਣ ਦੀ ਗੱਲ ਕਰ ਰਹੀ ਹੈ, ਪਰ ਸਾਡੀ ਸਮਝ ਨੇ ਨਹੀਂ ਪਕੜ ਕੀਤੀ, ਕਿਉਂਕਿ ਉਹ ਕਿਸੇ ਨੇ ਸਮਝਾਇਆ ਹੀ ਨਹੀਂ, ਨਾ ਇਹ ਕਿਸੇ ਨੂੰ ਜਿਨ੍ਹਾਂ ਤੋਂ ਸੁਣਦੇ ਸੀ ਨਾ ਉਹਨਾਂ ਨੂੰ ਪਤਾ ਸੀ। ਕੀ ਖਿਆਲ ਹੈ ਗਿਆਨੀ ਜੀ? ਹਾਂਜੀ, ਮੈਂ ਡਾਕਟਰ ਸਾਹਿਬ ਮੈਨੂੰ ਨਾ ਇਹਦੇ ਨਾਲ ਮਿਲਦੀ ਜੁਲਦੀ ਪੰਕਤੀ ਚੇਤੇ ਆ ਰਹੀ ਸੁਖਮਨੀ ਸਾਹਿਬ ਚੋਂ, ਜਦੋਂ ਸੋਚ ਕਰੈ ਦਿਨਸ ਅਰ ਰਾਤ, ਤਨ ਮਨ ਕੀ ਮੈਲ ਨਾ ਤਨ ਤੇ ਜਾਤ। ਸੋਚ ਦਾ ਮਤਲਬ ਇਸ਼ਨਾਨ ਹੈ। ਹਾਂਜੀ, ਕਰੋ ਗੱਲ ਕੇ। ਹਾਂਜੀ, ਤੇ ਇਸੇ ਤਰ੍ਹਾਂ ਭਾਈ ਸਾਹਿਬ ਜਦੋਂ ਮਤਲਬ ਅਸੀਂ ਜਾਇਆ ਕਰਨਾ, ਜਲੂਸ ਵਗੈਰਾ ਕੱਢਦੇ ਹੁੰਦੇ ਸੀ, ਗੁਰੂ ਨਾਨਕ ਦੇਵ ਜੀ ਦਾ ਫਰਜ਼ ਕਰੋ ਜਨਮ ਦਿਨ ਦੀ, ਉਹਨਾਂ ਨੇ ਪੜ੍ਹਿਆ ਕਰਨਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਕਿਹਾ ਵੀ ਮਿੱਟੀ 'ਚ ਕਿਵੇਂ ਚਾਨਣ ਹੋ ਗਿਆ? ਉਹ ਮਿੱਟੀ ਕਹਿੰਦੇ ਸੀ, ਉਹਨਾਂ ਨੇ ਮਿੱਟੀ ਨਹੀਂ ਲਫ਼ਜ਼ ਯੂਜ਼ ਕੀਤਾ, ਮਿੱਟੀ ਦੱਸਦੇ ਸੀ। ਤੇ ਬੜਾ ਭੁਲੇਖਾ ਪਿਆ ਕਰਨਾ, ਬੜਾ ਮੈਨੂੰ ਮਤਲਬ ਇਸ ਚੀਜ਼ ਦਾ ਅਚੰਭਾ ਲੱਗਿਆ ਕਰਨਾ ਵੀ ਕੀ ਗੱਲਾਂ ਕਰ ਰਹੇ ਨੇ। ਇਸੇ ਤਰ੍ਹਾਂ ਹੁਣ ਜਿਵੇਂ ਅਸੀਂ ਪਹਿਲਾਂ ਲੋਕ ਕਹਿੰਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਲੋਕ ਕਹਿੰਦੇ ਬਾਕੀ ਰਹੇ ਨਾ ਕੋਈ, ਹਾਂਜੀ। ਤੇ ਮਤਲਬ ਸਾਡੇ ਸਮਝਾਉਣ ਦੀ ਜਿਹੜੀ ਹੈ ਨਾ ਢੰਗ, ਜਿਹੜਾ ਸਾਡੇ ਕੋਈ ਹੈ ਨਹੀਂ, ਜਿਹਦੇ ਵਿੱਚ ਕਿ ਮਾਤਰ ਸਾਥੀ ਜਿਹੜੇ ਨਵੇਂ ਬੰਦੇ ਨੇ ਜਾਂ ਬੱਚੇ ਨੇ, ਉਹਨਾਂ ਨੂੰ ਕੋਈ ਸ਼ੁੱਧ ਸਿਖਾਈਆਂ ਜਾਣ ਚੀਜ਼ਾਂ, ਤਾਂ ਕਿ ਉਹਨਾਂ ਦੇ ਭੁਲੇਖੇ ਪਹਿਲਾਂ ਤੋਂ ਹੀ ਨਾ ਪੈਦਾ ਹੋਣ। ਸੋ ਮੈਂ ਸੋ ਕੇ ਮੇਰੇ ਸਕੂਲ ਦੇ ਵਿੱਚ ਸ਼ਬਦ ਪੜ੍ਹਦੇ ਹੁੰਦੇ, ਖਾਲਸਾ ਸਕੂਲ ਸੀ, ਤੂੰ ਠਾਕਰ ਤੋਂ ਪੈਰਦਾਸ। ਉਹ ਮੇਰੇ ਨਾਨਾ ਜੀ ਦਾ ਨਾਂ ਸੀ ਠਾਕਰ ਸਿੰਘ। ਮੈਂ ਕਿਹਾ ਮੇਰੇ ਨਾਨਾ ਦੀਆਂ ਗੱਲਾਂ ਕਿਉਂ ਕਰ ਰਹੇ ਆ, ਠਾਕਰ ਤੂੰ ਠਾਕਰ ਤੋਂ ਪੈਰਦਾਸ। ਸੋ ਦਿਸ ਇਜ਼ ਹਾਊ। ਇਸੇ ਤਰ੍ਹਾਂ ਸਾਡੇ ਇੱਕ ਫੋਟੋ ਲੱਗੀ ਸੀ ਮੇਰੇ ਨਾਨਕੀ ਗੁਰੂ ਗੋਬਿੰਦ ਸਿੰਘ ਜੀ ਦੀ। ਗੁਰੂ ਗੋਬਿੰਦ ਸਿੰਘ ਦੀ ਫੋਟੋ ਦੇ ਉੱਤੇ ਨਾ ਉਹਨਾਂ ਦੇ ਹੱਥ 'ਚ ਬਾਜ ਹੁੰਦਾ ਸੀਗਾ ਤੇ ਕਲਗੀ ਲੱਗੀ ਹੁੰਦੀ ਸੀ। ਜਿਹੜਾ ਸਾਡੇ ਕੱਪੜੇ ਦੀ ਦੁਕਾਨ ਹੁੰਦੀ ਸੀ ਮੇਰੇ ਨਾਨਾ ਜੀ ਦੀ, ਉੱਥੇ ਜਿਹੜਾ ਦਰਜੀ ਬਹਿੰਦਾ ਸੀ, ਉਹਦੇ ਨਾ ਉਹਦੀ ਸ਼ਕਲ ਉਹ ਫੋਟੋ ਨਾਲ ਮਿਲਦੀ ਜੁਲਦੀ ਸੀ। ਉਹਨੇ ਪਰ ਸੂਈ ਰੱਖੀ ਹੁੰਦੀ ਸੀ ਆਪਦੇ ਲਾ ਕੇ ਉੱਥੇ। ਮੈਂ ਉਹਨੂੰ ਕਿਹਾ ਤੂੰ ਸੂਈ ਕਿਉਂ ਲਾਈ ਹੈ, ਤੂੰ ਕਲਗੀ ਕਿਉਂ ਨਹੀਂ ਲਾਈ, ਤੇਰੇ ਹੱਥ ਦੀ ਚਿੜੀ ਕਿੱਥੇ ਗਈ ਹੈ ਨੀ। ਮੈਂ ਛੋਟੇ ਹੁੰਦੇ ਦੀਆਂ ਗੱਲਾਂ ਕਰਦਾ ਵੀ ਕਿਵੇਂ ਅਚੰਭਾ ਜਿਹਾ ਪੈਦਾ ਹੁੰਦਾ ਸੀਗਾ ਇਹਨਾਂ ਚੀਜ਼ਾਂ ਦਾ। ਸੋ ਇਹ ਜਿਹੜੀ ਸਾਡੀ ਕੰਪਰੀਹੈਂਸ਼ਨ ਵੀ ਹੈ ਹੌਲੀ ਹੌਲੀ ਡਿਵੈਲਪ ਕਰਦੀ ਹੈ, ਤੇ ਉਹਦੇ ਫਿਰ ਸਾਨੂੰ ਐਂ ਲੱਗਦਾ ਵੀ ਇਹ ਜਿਹੜੇ ਪਾਠ ਜਿਹੜੇ ਅੱਖਰ ਦੇ ਜਿਹੜੇ ਨੇ ਨਾ, ਇਹ ਸ਼ਬਦ ਜਿਹੜੇ ਨੇ ਉਹ ਬਦਲ ਗਏ।
ਪਰ ਅਸਲ 'ਚ ਗੱਲ ਇਹ ਹੁੰਦੀ ਹੈ ਕਿ ਸਾਡੀ ਆਪਣੀ ਪਕੜ ਜਿਹੜੀ ਹੈ ਕਿਸੇ ਨਾ ਕਿਸੇ ਗੱਲ ਕਰੋ ਕਮਜ਼ੋਰ ਹੁੰਦੀ ਹੈ। ਇਹੀ ਗੱਲ ਸਮਝਾ ਰਹੇ ਸੀ ਤੁਸੀਂ ਪ੍ਰੋਫੈਸਰ ਚਰਨ ਜੀ। ਮੈਂ I'm just trying to give my personal experiences ਕਿ ਵੀ ਸਾਨੂੰ ਦੱਸੋ ਜੁਆਇਨ ਨਹੀਂ ਹੋਈ, ਮੈਂ ਕੈਂਸਰ ਨਹੀਂ ਆ। ਆਵਾਜ਼ ਉੱਚੀ ਦੱਸੋ। ਸੋ ਤੁਸੀਂ ਇਸੇ ਗੱਲ ਦੀ ਗੱਲ ਕਰ ਰਹੇ ਸੀ ਨਾ ਅਗੇਨ ਸੁਚਾ ਸਿੰਘ ਜੀ, ਤੁਸੀਂ ਇਹੀ ਸਮਝਾ ਰਹੇ ਸੀ ਨਾ ਵੀ ਜਿਹੜੇ ਸ਼ਬਦ ਦੇ ਅੱਖਰ ਤਾਂ ਉਹੀ ਰਹਿੰਦੇ ਨੇ, ਅਰਥ ਤਾਂ ਉਹੀ ਰਹਿੰਦੇ ਨੇ। ਬਿਲਕੁਲ ਸਾਡੀ ਪਕੜ ਹੈ। ਹਾਂਜੀ ਰਾਈਟ ਜੀ। ਇੱਕ ਤਾਂ ਜਿਹੜੀ ਚੀਜ਼ ਬਹੁਤੀ ਵਾਰੀ ਅਸੀਂ ਧਿਆਨ ਨਹੀਂ ਦਿੰਦੇ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬੀੜ ਬਣੀ ਹੈ ਨਾ ਜੀ, ਪ੍ਰਿੰਟ ਦੇ ਵਿੱਚ ਆਈ ਹੈ, ਛਾਪੇਖਾਨੇ ਦੇ ਵਿੱਚ ਆਈ ਹੈ, ਇਹ ਆਈ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ। ਉਸ ਤੋਂ ਪਹਿਲਾਂ ਸਾਰੀਆਂ ਹੱਥ ਲਿਖਤ ਬੀੜਾਂ ਹੁੰਦੀਆਂ ਸੀ ਜੀ। ਓਕੇ ਜੀ। ਹੁਣ ਜਦੋਂ ਛਾਪੇਖਾਨੇ ਦੇ ਵਿੱਚ ਆਈ, ਉਹ ਕੀ ਹੋਇਆ ਸੀਗਾ ਕਿ ਅੰਗਰੇਜ਼ਾਂ ਨੇ ਕਿਸੇ ਕੰਟੈਕਸਟ ਦੇ ਵਿੱਚ ਆ ਕੇ ਗੱਲ ਹੁੰਦੀ ਸੀ ਮਹਾਰਾਜੇ ਦੇ ਨਾਲ, ਤੇ ਉਹਨੇ ਕਿਹਾ ਗ੍ਰੰਥ ਸਾਹਿਬ ਤੁਹਾਡੇ ਕੋਲ ਇੰਨੇ ਹੈ ਨਹੀਂ, ਕੀ ਗੱਲ? ਉਹ ਕਹਿੰਦਾ ਜੀ ਕਿ ਸਾਡੇ ਕੋਲੇ ਨਾ ਛਾਪਾਖਾਨਾ ਹੈ ਨਹੀਂ, ਸਾਨੂੰ ਹੱਥ ਨਾਲ ਲਿਖਣੀ ਪੈਂਦੀ ਹੈ, ਸਾਲ 2 ਸਾਲ ਲੱਗ ਜਾਂਦੇ ਇੱਕ ਲਿਖਣ ਨੂੰ। ਤੇ ਉਹ ਬੜੇ ਹੈਰਾਨ ਹੋਏ ਕਿ ਇੰਨੀ ਦੇਰ ਦਾ ਗੁਰੂ ਮਹਾਰਾਜ ਹੋ ਚੁੱਕੇ ਆ ਤੇ ਇਹਨਾਂ ਦੇ ਕੋਲ ਛਾਪਾਖਾਨਾ ਹੀ ਨਹੀਂ ਆਇਆ ਪੰਜਾਬੀ ਦਾ। ਉਹ ਫਿਰ ਉਹਨਾਂ ਨੇ ਬ੍ਰਿਟਿਸ਼ ਲੋਕਾਂ ਨੇ ਬ੍ਰਿਟਿਸ਼ ਤੋਂ ਬਣਾ ਕੇ ਨਾ ਜੀ, ਇੰਗਲੈਂਡ ਤੋਂ ਬਣਾ ਕੇ ਪਹਿਲਾ ਛਾਪਾਖਾਨਾ ਕਲਕੱਤੇ ਲਾਇਆ ਸੀਗਾ। ਉੱਥੋਂ ਬੀੜਾਂ ਛਪਣੀਆਂ ਸ਼ੁਰੂ ਹੋਈਆਂ। ਹੁਣ ਉਸ ਵੇਲੇ ਜਿਸ ਸਿੱਖ ਦੀ ਉੱਥੇ ਡਿਊਟੀ ਲੱਗੀ ਹੋਣੀ ਹੈ ਪ੍ਰੂਫ ਰੀਡਿੰਗ ਤੇ ਹੋਰ ਕੰਮ ਸਾਂਭਣ ਦੇ ਉੱਤੇ, ਉਹਨੇ ਆਪਣੀ ਸਮਝ ਦੇ ਨਾਲ ਜਿਹੜੀ ਵੀ ਉਹਨੇ ਕੋਈ ਇੱਕ ਮਹਾਰਾਜ ਦੀ ਹੱਥ ਲਿਖਤ ਬੀੜ ਲਈ ਹੋਏਗੀ ਉਹਦੇ ਤੋਂ ਉਹਨੇ ਉਤਾਰਾ ਕਰ ਦਿੱਤਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਹੀ ਕਾਪੀਆਂ ਚੱਲਦੀਆਂ ਗਈਆਂ। ਉਸ ਤੋਂ ਬਾਅਦ ਫਿਰ ਰਾਈਟ ਸੀਗੇ ਜਿਹੜੇ ਖੁੱਲੇ ਸੀਗੇ, ਓਪਨ ਰਾਈਟ ਸੀਗੇ, ਤੇ ਜਵਾਹਰ ਸਿੰਘ, ਕਿਰਪਾਲ ਸਿੰਘ, ਜੀਵਨ ਸਿੰਘ, ਚਤਰ ਸਿੰਘ ਵਗੈਰਾ ਜਿੰਨੇ ਵੀ ਮਾਈ ਸੇਵਾ ਬਾਜ਼ਾਰ, ਉਹ ਜਿੰਨੇ ਸੀਗੇ ਨਾ ਜੀ, ਉਹ ਸਾਰੇ ਦੇ ਸਾਰੇ ਬੀੜਾਂ ਛਾਪਦੇ ਸੀਗੇ ਤੇ ਵੇਚਦੇ ਸੀਗੇ। ਹੁਣ ਉਹਦੇ ਵਿੱਚ ਜਿਹੜੀਆਂ ਟਾਈਪੋ ਐਰਰਸ ਆ ਰਹੀਆਂ ਸੀਗੀਆਂ, ਉਹ ਉਦਾਂ ਹੀ ਰਿਪੀਟਡਲੀ ਹੁੰਦੀਆਂ ਆਈਆਂ। ਉਦਾਂ ਹੀ ਫਿਰ ਜਿਹੜਾ ਸ਼੍ਰੋਮਣੀ ਕਮੇਟੀ ਨੇ ਉਹਦੇ ਰਾਈਟਸ ਲੈ ਲਏ ਤੇ ਉਹਨਾਂ ਨੇ ਜਿਹੜੀ ਪ੍ਰੂਫ ਦੀ ਜਿਹੜੀ ਫਿਲਮ ਬਣਾਈ ਹੈ ਉਹਦੇ ਵਿੱਚ ਵੀ ਉਹੀ ਆ ਗਈਆਂ ਸੀ। ਉਹਨੂੰ ਕਦੇ ਵੀ ਸੁਧਾਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਹੁਣ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਨਾ, ਸੋਚਣਾ ਹੋ ਗਈ, ਤੇ ਪ੍ਰਿੰਸੀਪਲ ਧਰਮ ਸਿੰਘ ਹੋਰਾਂ ਨੇ ਉੱਥੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਸੁਖਮਨੀ ਸਾਹਿਬ ਦੇ ਬਚਨ ਦੀ, ਹੈ ਨਾ ਜੀ। ਸੋਚ ਕਰੇ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਹੁਣ ਜਿੱਥੇ ਵੀ ਸੁਚਮ ਦੇ ਨਾਲ ਸੋਚ ਸ਼ਬਦ ਆਉਂਦਾ, ਉੱਥੇ ਸੱਸੇ ਨੂੰ ਹੋੜਾ ਚੱਚਾ ਜਾਂ ਵੱਧ ਤੋਂ ਵੱਧ ਚੱਚੇ ਦੇ ਪੈਰ ਚ ਔਂਕੜ ਹੋਏਗਾ। ਠੀਕ ਹੈ ਜੀ। ਹੁਣ ਜਿਹੜਾ ਹੈਗਾ ਆ ਜਪਜੀ ਸਾਹਿਬ ਦੇ ਸ਼ੁਰੂ ਦੇ ਵਿੱਚ ਸੋਚੈ ਸੋਚ ਨਾ ਹੋਵੇ, ਉੱਥੇ ਤੁਸੀਂ ਦੇਖੋ ਚੱਚੇ ਨੂੰ ਸਿਹਾਰੀ ਆ। ਓਕੇ ਜੀ। ਹੁਣ ਇਸ ਸੋਚ ਦਾ ਮਤਲਬ ਸੋਚਣੇ ਦੇ ਨਾਲ ਹੁੰਦਾ ਹੈ। ਓਕੇ ਜੀ। ਇਹ ਜਿਹੜੀ ਚੱਚੇ ਨੂੰ ਸਿਹਾਰੀ ਵਾਲਾ ਉਹ ਸੋਚਣ ਦੇ ਨਾਲ ਆ, ਕੰਪਰੀਹੈਂਸ਼ਨ ਦੇ ਨਾਲ ਉਹਦਾ ਮਤਲਬ ਬਣਦਾ ਆ। ਇਸੇ ਕਰਕੇ ਭੁਲੇਖਾ ਪਿਆ। ਉਹ ਗੱਲ ਹੈਗੀ, ਉਹ ਟਾਈਪੋ ਐਰਰ ਹੈਗਾ ਆ। ਅਸਲ ਦੇ ਉਸੇ ਸਿਹਾਰੀ ਹੈ ਨਹੀਂ ਸੀ, ਲੇਕਿਨ ਸਿਹਾਰੀ ਪੈ ਚੁੱਕੀ ਹੈ ਤੇ ਲੋਕ ਪੜ੍ਹੀ ਜਾਂਦੇ ਆ ਉਹਨੂੰ। ਇਸੇ ਕਰਕੇ ਬਹੁਤੇ ਲੋਕ ਵਿਦਵਾਨ ਵੀ ਕਈ ਜਿਹੜੇ ਨਾ ਉਹਦਾ ਸੋਚਣ ਦੇ ਨਾਲ ਉਹਦਾ ਮੀਨਿੰਗ ਕਰ ਜਾਂਦੇ ਆ। ਇਸੇ ਤਰ੍ਹਾਂ ਅਗਾਂਹ ਜਾ ਕੇ ਤੁਸੀਂ ਦੇਖੋ ਜਿਹੜਾ ਅਵੇਂ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੇ ਸਭੈ ਬਾਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਤ ਦਰਿਆਓ ਜਨਮ ਹਮ ਕਾਲ ਧੋਵੈ। ਅਗਾਂਹ ਕੀ ਲਿਖਿਆ ਜੀ, ਸੋ ਕਹੋ ਟਲ ਗੁਰ ਸੇਵੀ ਹੈ। ਔਰ ਅਸੀਂ ਜਿਸਲੇ ਹੁਕਮ ਲੈਣੇ ਮਹਾਰਾਜ ਦਾ ਅਰਦਾਸ ਤੋਂ ਬਾਅਦ ਬਹੁਤੇ ਗ੍ਰੰਥੀ ਸਿੰਘ ਇਹ ਤੁਕ ਪੜ੍ਹਦੇ ਆ। ਠੀਕ ਹੈ ਜੀ। ਹੁਣ ਇਹ ਜਿਹੜਾ ਸ਼ਬਦ ਆ ਇਹ ਤੇ ਹੈਗਾ ਭੱਟ ਕੱਲ ਜੀ ਦਾ। ਤੁਸੀਂ ਪੜ੍ਹ ਕੇ ਦੇਖ ਲਓ ਅੱਜ ਵੀ ਜਿਹੜਾ ਪਿੱਛੋਂ ਸੀਰੀਜ਼ ਚੱਲਦੀ ਆ ਰਹੀ ਹੈ। ਔਰ ਪ੍ਰਿੰਸੀਪਲ ਧਰਮ ਸਿੰਘ ਹੋਰਾਂ ਨੇ ਪਹਿਲਾਂ ਦੱਸਿਆ ਵੀ ਸਾਨੂੰ ਕਿ 11 ਭੱਟਾਂ ਦੀ ਬਾਣੀ ਹੈ। ਜੇਕਰ ਟੱਲ ਨੂੰ ਵੀ ਗਿਣ ਲਈਏ ਭੱਟ ਤੇ 12 ਬਣ ਜਾਂਦੇ ਆ। ਸਾਰੇ 11 ਮੰਨਦੇ ਉਦਾਂ, ਜੇ ਟੱਲ ਨੂੰ ਭੱਟ ਮੰਨ ਲਓ ਤੇ ਉਹ 12 ਬਣ ਜਾਂਦੇ ਫਿਰ। ਸੁਕੈ ਟਲ ਗੁਰਸੇਵੀਐ। ਹਾਂਜੀ। ਸੋ ਹੈਗਾ ਸੋ ਕਹੋ ਕੱਲ ਗੁਰਸੇਵੀਐ, ਕਿਉਂਕਿ ਕੱਲ ਦਾ ਸ਼ਬਦ ਹੈ, ਪਿੱਛੇ ਉਹਦੇ ਸ਼ਬਦ ਚੱਲਦੇ ਆ ਰਹੇ ਆ। ਹਾਂਜੀ। ਉੱਥੇ ਟੱਲ ਹੈ ਤੇ ਉਹ ਟੱਲ ਹੀ ਪੜ੍ਹੀ ਜਾਂਦੇ ਅਸੀਂ। ਤੋ ਇਹ ਆਈ ਹੈਵ ਨੋ ਆਈਡੀਆ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਚੇਂਜ ਕਰ ਸਕਦੇ ਆ, ਕਰੈਕਟ ਕਿਵੇਂ ਕਰ ਸਕਦੇ ਆ। ਮੇਰਾ ਆਪਣਾ ਖਿਆਲ ਹੈ ਕਿ ਵੀ ਜੇ ਤੁਸੀਂ ਆਪ ਪੜ੍ਹਨਾ ਠੀਕ ਸ਼ੁਰੂ ਕਰ ਦਿਓਗੇ ਤਾਂ ਕਿਸੇ ਟਾਈਮ ਦੇ ਉੱਤੇ ਸ਼ਾਇਦ ਇਸ ਤਰ੍ਹਾਂ ਦਾ ਕੁਝ ਖਿਆਲ ਆ ਜਾਵੇ ਦੁਨੀਆ ਦੇ ਅੰਦਰ ਕਿ ਵੀ ਜੇ ਇਸ ਤਰ੍ਹਾਂ ਸਾਰੇ ਪੜ੍ਹਦੇ ਹੀ ਇਸ ਤਰ੍ਹਾਂ ਤਾਂ ਠੀਕ ਹੋਣਾ ਚਾਹੀਦਾ। ਥੈਂਕ ਯੂ ਜੀ। ਡਾਕਟਰ ਬਾਸੂ, ਆਰ ਯੂ ਦੇਅਰ? ਹਾਂਜੀ। ਤੁਸੀਂ ਆਪਣੇ ਵਿਚਾਰ ਦੱਸੋ ਜਰਾ, ਸੁਣ ਨਹੀਂ ਸਕੇ ਤੁਹਾਡੇ, ਪਹਿਲਾਂ ਆਵਾਜ਼ ਟੁੱਟ ਜਾਂਦੀ ਸੀ।
ਲੈ ਜੀ ਆਵਾਜ਼ ਵਿੱਚੋਂ ਆਪ ਹੀ ਬੰਦ ਹੋ ਜਾਂਦੀ ਹੈ। ਮੈਂ ਤਾਂ ਸਾਰਾ ਉਹਨਾਂ ਦੀ ਹਾਂਜੀ ਯਾਰ ਮੈਂ ਦੱਸਣਾ ਬਾਈ ਦੱਸਦਾ ਉਹਨਾਂ ਦਾ ਇੰਟਰਨੈਟ ਦਾ ਇੰਟਰਪਸ਼ਨ ਹੋਣਾ। ਜਿਸ ਤਰ੍ਹਾਂ ਜੀ ਮੈਂ ਤਾਂ ਬੋਲੀ ਦੇ ਉੱਤੇ ਤਿਆਰ ਕੀਤਾ ਸਾਰਾ, ਉਹਨਾਂ ਦੀ ਜਿਹੜੀ ਜਿੱਦੇ ਦੇਖੋ ਉਹ ਜੇ ਕਿਤੇ ਪੱਛਮ ਵੱਲ ਗਏ ਨੇ ਮੱਕੇ ਵੱਲ, ਤੇ ਉਹਨਾਂ ਦੀ ਬੋਲੀ 'ਚ ਇੱਕ ਸ਼ਬਦ ਹੈ ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹਕਾ ਕਬੀਰ ਰਹੀਮ ਤੂੰ ਕਰੀਮ ਤੂੰ, ਇਹ ਹੈ ਪਰਵਰਦਗਾਰ। ਇਹ ਹੁਣ ਸਾਰਾ ਫਾਰਸੀ ਦਾ ਸ਼ਬਦ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਹਾਂਜੀ ਯੈਸ ਕੀਤੀ ਮੇਰੀ ਬੇਨਤੀ ਧਿਆਨ ਨਾਲ ਸੁਣ, ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਤੋਂ ਵੱਡਾ ਹੈ ਔਰ ਪਵਿੱਤਰ ਹਸਤੀ ਵਾਲਾ ਹੈ। ਆਪਣੇ ਦਿਲ ਨਾਲ ਗੱਲ ਕਰਦੇ ਨੇ, ਹੇ ਮੇਰੇ ਦਿਲ ਸੱਚ ਜਾਣ ਕਿ ਦੁਨੀਆ ਨਾਸ਼ਵਾਨ ਹੈ। ਹੁਣ ਇਹਦੇ 'ਚ ਇੱਕ ਸ਼ਬਦ ਆਉਂਦਾ ਡਾਕਟਰ ਸਾਹਿਬ ਕਿ ਮਮਸਰ ਮੂੰਹ ਅਜਰੀਲ ਗ੍ਰਿਫਤੇ ਦਿਲ ਹੇਜ ਜਾਂ ਦਾਨੀ ਜਨ ਪਿਸਰ ਬਿਰਾਦਰਾਂ। ਹਾਂਜੀ ਆਵਾਜ਼ ਬੰਦ ਹੋ ਗਈ। ਹਾਂਜੀ ਆਵਾਜ਼ ਫਾਰਸੀ 'ਚ ਬਿਰਾਦਰਾਂ ਸ਼ਬਦ ਹੈ, ਅੰਗਰੇਜ਼ੀ 'ਚ ਬ੍ਰਦਰ ਹੈ। ਹਾਂਜੀ ਫਾਰਸੀ ਤੋਂ ਅੰਗਰੇਜ਼ੀ ਵੱਲ ਸ਼ਬਦ ਜਾ ਰਹੇ ਨੇ। ਦੇਖੋ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇਹਦਾ ਮਤਲਬ ਹੈ ਇਸਤਰੀ ਪੁੱਤਰ ਪਿਓ ਸਾਰੇ ਭਰਾ, ਇਹਨਾਂ ਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ। ਮੇਰਾ ਮਤਲਬ ਕਹਿੰਦੇ ਆ ਕਿ ਦੇਖੋ ਬੋਲੀਆਂ ਦਾ ਆਪਸੀ ਸੰਬੰਧ ਕਿਵੇਂ ਚੱਲਦਾ ਹੈ। ਫਾਰਸੀ ਦਾ ਬਿਰਾਦਰਾਂ, ਹਾਂਜੀ ਨਹੀਂ ਠੀਕ ਹੈ ਗੱਲ। ਅੱਛਾ ਇਸ ਤਰ੍ਹਾਂ ਦੇਖੋ ਗੁਰੂ ਨਾਨਕ ਸਾਹਿਬ ਦੀ ਬੋਲੀ ਦੇ ਵਿੱਚ ਡਾਕਟਰ ਸਾਹਿਬ ਐਕਚੁਅਲੀ ਇਹ ਹੈ ਕਿ ਪਹਿਲੇ ਸੰਸਕ੍ਰਿਤ ਹੁੰਦੀ ਹੈ, ਜਦੋਂ ਉਹ ਬ੍ਰਾਹਮਣਾਂ ਦੇ ਕਬਜ਼ੇ 'ਚ ਆ ਗਈ ਉਹਨਾਂ ਕਿਹਾ ਅਸੀਂ ਪੜ੍ਹਨੀ ਹੋਰ ਕਿਸੇ ਨਹੀਂ ਪੜ੍ਹਨੀ। ਫਿਰ ਆਮ ਬੋਲੀਆਂ ਜਿਹੜੀਆਂ ਲੋਕੀ ਪ੍ਰਕਿਰਤ ਬੋਲਣ ਲੱਗ ਪਏ। ਫਿਰ ਸੰਸਕ੍ਰਿਤ ਦੇ ਕਈ ਸ਼ਬਦ ਪ੍ਰਾਕਿਰਤ ਵਿੱਚ ਲੋਕਾਂ ਨੇ ਬੋਲਣੇ ਸ਼ੁਰੂ ਕਰਤੇ। ਜਦੋਂ ਪ੍ਰਕਿਰਤ ਵੀ ਜਿਹੜੀ ਇਹ ਪੜ੍ਹਿਆਂ ਲਿਖਿਆਂ ਦੀ ਭਾਸ਼ਾ ਬਣ ਗਈ ਜਾਂ ਗ੍ਰਾਮਰ ਉਹਦੀ ਵੀ ਨੀਅਤ ਹੋ ਗਈ, ਫਿਰ ਇੱਕ That's too bad ਕਿ ਵੀ ਸਾਨੂੰ ਆਵਾਜ਼ ਇਹਨਾਂ ਦੀ ਇੰਟਰਨੈਟ 'ਚ ਸ਼ਾਇਦ ਇੰਟਰਪਸ਼ਨ ਹੋ ਰਹੀ। ਇੱਕ ਸੰਸਕ੍ਰਿਤ, ਉਹ ਤੋਂ ਫਿਰ ਪ੍ਰਾਕਿਰਤ, ਫਿਰ ਅਪਭ੍ਰੰਸ਼। ਅਪਭ੍ਰੰਸ਼ ਦਾ ਮਤਲਬ ਹੁੰਦਾ ਬਹੁਤੀ ਭ੍ਰਿਸ਼ੀ ਹੋਈ, ਭਾਵ ਆਮ ਲੋਕ ਜਿਹੜੀ ਬੋਲਦੇ ਨੇ। ਇਸ ਤਰ੍ਹਾਂ ਗੁਰਬਾਣੀ ਦੀ ਸ਼ਬਦਾਵਲੀ ਜਿਹੜੀ ਹੈ, ਜਿਵੇਂ ਦੇਖੋ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਪੁੱਤਰ, ਇਧਰ ਪ੍ਰਾਕਿਰਤ ਵਿੱਚ ਪੁੱਤ ਬਣ ਗਿਆ। ਇਸ ਤਰ੍ਹਾਂ ਇੱਕ ਅਭਿਆਸ, ਪ੍ਰਾਕਿਰਤ ਵਿੱਚ ਅਭਿਆਸ ਹੋ ਗਿਆ। ਅਸੀਂ ਹੁਣ ਅਭਿਆਸ ਸ਼ਬਦ, ਹੁਣ ਦੁਗਧ ਸ਼ਬਦ ਹੈ, ਦੇਖੋ ਦੁਗਧ ਇਹ ਸੰਸਕ੍ਰਿਤ ਹੈ। ਹਾਂਜੀ ਇਧਰਲੇ ਪਾਸੇ ਇਹ ਲੈਂਗੁਏਜ ਸਟੱਡੀ ਨੂੰ ਜਿਹੜੀ ਐਟੀਮੋਲੋਜੀ ਕਿਹਾ ਜਾਂਦਾ, ਜਿਵੇਂ ਮਿਸਾਲ ਦੇ ਤੌਰ ਤੇ ਜਿਵੇਂ ਲਫ਼ਜ਼ ਮਾਂ, ਉਹ ਮਾਂ ਪੰਜਾਬੀ ਦੇ ਵਿੱਚ ਉਹ ਮਾਂ ਬਣ ਗਈ, ਮਦਰ ਬਣ ਗਈ, ਮਾਦਰ ਬਣ ਗਈ। ਜੈਦੇਵ ਦੀ ਭਗਤ ਦੀ ਬਾਣੀ ਵਿੱਚ ਅਪਭ੍ਰੰਸ਼ ਸ਼ਬਦ ਵੇਖ ਸਕਦੇ ਹੋ। ਜਿਵੇਂ ਹੁਣ ਅਪਭ੍ਰੰਸ਼ ਕੀ ਹੁੰਦਾ, ਉਹ ਸ਼ਬਦ ਜਿਹੜੇ ਨੇ ਉਹ ਇਆਂ ਤੇ ਈਆ, ਜਿਵੇਂ ਭੇ ਦਿਆ ਇਹਦੇ ਵਿੱਚ ਇਆ ਸ਼ਾਮਲ ਹੈ, ਕੀ ਆ ਇਹਦੇ ਵਿੱਚ ਇਆ ਸ਼ਾਮਲ ਹੈ, ਘੜਿਆ ਬਖਾਣਿਆ। ਜਿਵੇਂ ਜੈਦੇਵ ਦਾ ਸ਼ਬਦ ਆਪਾਂ ਦੇਖਦੇ ਹਾਂ, ਇਹਦੇ ਚ ਅਪਭ੍ਰੰਸ਼ ਕਿਵੇਂ ਆਉਂਦੀ ਹੈ, ਮਨ ਆਦ ਗੁਣ ਵਖਾਣਿਆ। ਹੁਣ ਵਖਾਣਿਆ ਜਿਹੜਾ ਹੈ, ਇਹਦੇ ਵਿੱਚ ਜਿਹੜਾ ਇਆ ਲੁਕਿਆ ਹੈ, ਇਹ ਅਪਭ੍ਰੰਸ਼ ਹੈ। ਤੇਰੀ ਦੁਬਦਾ ਦਿਸ਼ਟ ਸਮਾਨਿਆ, ਹੁਣ ਸਮਾਨਿਆ ਚ ਫਿਰ
The language had different dialects again in and I don't understand why, but so Guru Sahib ne sab lokan di languages use ਕੀਤੀਆਂ ਜੋ ਵੀ ਮਾਦੇ ਜੀ ਹੁਣ ਪੋਠਵਾਰੀ ਦੇ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਉਸ ਤਰ੍ਹਾਂ ਦੀ ਲਹਿੰਦੀ ਬੋਲੀ ਮੁਲਤਾਨੀ ਬੋਲੀ ਚੰਗੀ ਬੋਲੀ ਆਉਂਦੇ ਨੇ ਵੰਜਾਂ ਜੇ ਕਈ ਥਾਂ ਤੇ ਵੰਜਾਂ ਗਿੱਧੀਆਂ ਵੀ ਵੰਜਾਂ ਉਹ ਸਭ ਉਹਨਾਂ ਨੇ ਡਿਫਰੈਂਟ ਜਿੱਥੇ ਗੁਰੂ ਸਾਹਿਬ ਗਏ ਨੇ ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਅਟਰੈਕਟ ਕਰਨਾ ਉਹਨਾਂ ਦੀ ਬੋਲੀ ਚ ਸ਼ਬਦ ਕਹੇ ਤਾਂ ਕਿ ਉਹ ਲੋਕ ਸਮਝ ਸਕਣ ਕਿ ਦਿਸ ਇਜ਼ ਮੈਂਟ ਫॉर ਦੀ ਕਾਮਨ ਪੀਪਲ ਜਾਂ ਲੈਂਗੁਏਜ ਜੀ ਫਲੋ ਕਰਦੀ ਹੈ ਨਾ ਜੇ ਹੁਣ ਅਸੀਂ ਪਿਓ ਕਹਿੰਦੇ ਆ ਪਿਓ ਤੋਂ ਪਾਪਾ ਪਿਦਰ ਗਾ ਪਾਦਰੇ ਫਿਰ ਉਹ ਤੋਂ ਫਾਦਰ ਬਣ ਗਿਆ ਗਾ ਮਤਲਬ ਜੋ ਬਦਲਦੀ ਹੈ ਜਗ੍ਹਾ ਸੂਬਿਆਂ ਦੇ ਵਿੱਚ ਲੰਘਦੀ ਕਰਦੀ ਤੇ ਉਹ ਆਪਣੀ ਰੰਗੇ ਚੜ ਜਾਂਦੀ ਹੈ ਉਹ ਤਾਂ ਵਰਲਡ ਦੇ ਵਿੱਚ ਜੋ ਲੈਂਗੁਏਜਸ ਕਈ ਕਾਮਨ ਹੈਗੇ ਜੀ ਉਹ ਤਾਂ ਫਿਰ ਦਿਸ ਇਜ਼ ਆਲ ਲੈਂਗੁਏਜ ਆ ਗਿਆ ਅਪਭ੍ਰੰਸ਼ ਦਾ ਵਿਯੋਗ ਹੁਣ ਵਿਯੋਗ ਸ਼ਬਦ ਹੈ ਉਹ ਵਿਯੋਗ ਜਿਹੜਾ ਹੈ ਵਿਯੋਗ ਸ਼ਬਦ ਵਿਯੋਗ ਤੋਂ ਆਇਆ ਦੇਖੋ ਮਰਾਠੀ ਦੇ ਵਿੱਚ ਤੁਸੀਂ ਦੇਖੋ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਉਹਦੇ ਵਿੱਚ ਲਾਲ ਆਇਆ ਗਿਆ ਪਿੱਛੇ ਅਪਾਰ ਲਾ ਪਿਛਵਾਰ ਲਾ ਫੇਰ ਦਿਆ ਨਾਮੇ ਕੋ ਦਿਆਰਾ ਪੰਡੀਅਨ ਕੋ ਪਿਛਵਾਰ ਲਾ ਇਹ ਜਿਹੜਾ ਲਾ ਸ਼ਬਦ ਹੈ ਇਹ ਮਰਾਠੀ ਚ ਲਾਉਂਦੇ ਨੇ ਲਾ ਜਿਹੜਾ ਸ਼ਬਦ ਹੈ ਇਸ ਤਰ੍ਹਾਂ ਸ਼ਬਦ I don't know what we are discussing. Yeah, that is sad. That's interruption in the network. But language. ਹਾਂਜੀ ਇਸ ਤਰ੍ਹਾਂ ਇੱਕ ਸ਼ਬਦ ਯਾਦਵ ਹੈ ਸੰਸਕ੍ਰਿਤ ਦਾ ਉਹ ਫਿਰ ਪੱਛਮੀ ਅਪਭ੍ਰੰਸ਼ ਵਿੱਚ ਜਾਦਵ ਬਣ ਗਿਆ ਦੇਖੋ ਸੰਸਕ੍ਰਿਤ ਦਾ ਲక్ష్ਮੀ ਸ਼ਬਦ ਹੈ ਹੁਣ ਲక్ష్ਮੀ ਸ਼ਬਦ ਜਿਹੜਾ ਸੰਸਕ੍ਰਿਤ ਚੋਂ ਉਹ ਅਪਭ੍ਰੰਸ਼ ਵਿੱਚ ਜਾ ਕੇ ਲక్ష్ਮੀ ਬਣ ਗਿਆ ਹੈ ਸੰਖ ਬਣ ਗਿਆ ਹੈ ਇਸ ਤਰ੍ਹਾਂ ਜਦੋਂ ਜੇਤੀ ਸਿਰਠ ਉਪਾਈ ਵੇਖਾ ਹੁਣ ਜਿਹੜਾ ਸਿਰਠ ਹੈ ਉਹਦਾ ਮਤਲਬ ਹੈ ਸ੍ਰਿਸ਼ਟੀ ਹਾਂਜੀ ਇਹ ਤਾਂ ਲੈਂਗੁਏਜ ਡਿਫਰੈਂਟ ਡਾਇਲੈਕਟਸ ਚੇਂਜ ਹੁੰਦੇ ਰਹਿੰਦੇ ਨੇ ਤਾਂ ਆਈ ਡੋਨਟ ਨੋ ਹਾਂਜੀ ਮਤਲਬ ਇਹਦੇ ਤੋਂ ਸਾਨੂੰ ਇਹ ਲੱਗਦਾ ਕਿ ਕਈ ਵਾਰੀ ਅਸੀਂ ਜਦੋਂ ਕਹਿਣ ਲੱਗਦੇ ਹਾਂ ਬਈ ਇਹ ਸ਼ੁੱਧ ਨਹੀਂ ਹੈ ਅਸ਼ੁੱਧ ਹੈ ਇਸ ਤਰ੍ਹਾਂ ਡਿਪੈਂਡ ਕਰਦਾ ਕਿਹੜੀ ਜਗ੍ਹਾ ਕੌਣ ਬੰਦਾ ਪੜ੍ਹ ਰਿਹਾ ਕਿਸ ਤਰ੍ਹਾਂ ਦੀ ਗੱਲ ਹੈ ਤੇ ਸੋ ਜੋ ਸਾਡੀ ਸੁਸਾਇਟੀ ਗਲੋਬਲ ਬਣ ਰਹੀ ਹੈ ਸਾਡੇ ਲੋਕ ਉਹਨਾਂ ਦੀ ਜਿੱਥੇ ਰਹਿੰਦੇ ਨੇ ਜਿੱਥੇ ਦੀਆਂ ਭਾਸ਼ਾਵਾਂ ਨੇ ਜਿਹੋ ਜਿਹੇ ਅਲਫਾਬੈਟ ਨੇ ਉਹਨਾਂ ਦੀ ਬੋਲੀ ਦੇ ਵਿੱਚ ਵੀ ਫਰਕ ਪੈ ਜਾਣਾ ਕਿ ਕਿਵੇਂ ਪ੍ਰੋਨਾਉਂਸ ਕਰਦੇ ਆ ਜੇ ਹੁਣ ਤੁਸੀਂ ਇੰਗਲੈਂਡ ਦੀ ਦੇਖੋ ਇੰਗਲੈਂਡ ਦੇ ਵਿੱਚ ਬੋਲੀ ਜਿਹੜੀ ਹੈ ਸਾਊਥ ਦੇ ਵਿੱਚ ਹੋਰ ਹੈ ਨਾਰਥ ਦੇ ਵਿੱਚ ਹੋਰ ਹੈ ਮਿਡ ਇੰਗਲੈਂਡ ਚ ਹੋਰ ਹੈ ਗਾ ਸਕਾਟਲੈਂਡ ਜਾ ਕੇ ਹੋਰ ਬਦਲ ਜਾਂਦੀ ਹੈ ਆਇਰਲੈਂਡ ਚ ਹੋਰ ਬਦਲ ਜਾਂਦੀ ਹੈ ਵੇਲ ਚਲਾ ਭਾਸ਼ਾ ਵਿੱਚ ਚਲਦੀ ਹੈ ਔਰ ਜਿੱਥੇ ਲੋਕ ਦਾਸ ਇੱਕ ਵਾਰੀ ਮੈਂ ਆਪ ਤੁਹਾਨੂੰ ਦੱਸਣਾ ਇੱਕ ਮੈਂ ਸਸਰਾਂ ਹੈ ਇਧਰ ਬਿਹਾਰ ਵਿੱਚ ਜਿੱਥੋਂ ਜਗਜੀਵਨ ਰਾਮ ਹੋਏ ਨੇ ਜਿਹੜੇ ਮਿਨਿਸਟਰ ਹੁੰਦੇ ਸਨ ਉਹ ਸਸਰਾਮ ਚ ਜਿੰਨੇ ਸਰਦਾਰ ਸਨ ਉਹ ਮੈਨੂੰ ਕਹਿੰਦੇ ਜੀ ਸਾਨੂੰ ਹਿੰਦੀ ਚ ਬੋਲ ਕੇ ਦੱਸੋ ਯਾਨੀ ਇਹ ਸਰਦਾਰ ਸਨ ਪਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੇ ਸਿੱਖ ਚਲੇ ਆ ਰਹੇ ਸਨ ਮੈਂ ਉੱਥੇ ਜਿੰਨਾ ਵੀ ਮੇਰਾ ਟਾਈਮ ਸੀ ਮੈਂ ਅੱਧਾ ਘੰਟਾ ਉਹ ਹਿੰਦੀ ਚ ਬੋਲਿਆ ਤਾਂ ਗੁਰੂ ਪੰਜਾਬੀ ਹੈ ਤਾਂ ਮਨਾਪਲੀ ਆਨ ਗੁਰੂ ਗ੍ਰੰਥ ਸਾਹਿਬ ਇੱਕ ਵਾਰ ਦੀ ਬਾਣੀ ਤੁਸੀਂ ਦੇਖੋ ਮਨ ਰੇ ਕੌਣ ਕੁਮਤ ਤੈ ਲੀਨੀ ਹੁਣ ਇਹ ਮਨ ਰੇ ਤੇ ਕੌਣ ਕੁਮਤ ਮਤਲਬ ਇਹ ਹਿੰਦੀ ਹੈ ਗੁਰੂ ਤੇਗ ਬਹਾਦਰ ਦੀ ਬਾਣੀ ਜਿਹੜੀ ਹੈ ਉਹਦੇ ਵਿੱਚ ਕਾਫੀ ਤਕਰੀਬਨ ਪੌਣੇ ਯਾਨੀ 80% ਉਹ ਹਿੰਦੀ ਵਿੱਚ ਲਿਖਦੇ ਨੇ ਕਿਉਂਕਿ ਇਹ ਜਿਹੜੀ ਭਾਸ਼ਾਵਾਂ ਨੇ ਇਹਨਾਂ ਦਾ ਦਾਇਰਾ ਜਿਹੜਾ ਹੈ ਜਿਹੜੇ ਪ੍ਰਚਾਰਕ ਜਾਂਦੇ ਨੇ ਉਹਨਾਂ ਨੂੰ ਬੋਲੀ ਇੱਕ ਸਾਂਝੀ ਜੀ ਅਪਣਾਉਣੀ ਪੈਂਦੀ ਹੈ ਨਹੀਂ ਤਾਂ ਉਹ ਆਪਣਾ ਇਹ ਕਮਿਊਨੀਕੇਸ਼ਨ ਸਮੱਸਿਆ ਹੈ ਇਹ ਸੰਚਾਰ ਦੀ ਸਮੱਸਿਆ ਹੈ ਜੇ ਲੋਕਾਂ ਤੱਕ ਸੰਚਾਰ ਹੀ ਨਾ ਹੋ ਸਕੇ ਤੇ ਬੋਲਣ ਦਾ ਵੀ ਕੋਈ ਫਾਇਦਾ ਨਹੀਂ ਇਸ ਕਰਕੇ ਗੁਰੂ ਸਾਹਿਬ ਨੇ ਇਹ ਜਿਹੜੀਆਂ ਭਾਸ਼ਾਵਾਂ ਹਨ ਇਹ ਉਸ ਹਿਸਾਬ ਨਾਲ ਵਰਤੀਆਂ ਜਿਸ ਤਰ੍ਹਾਂ ਮੰਨ ਲਓ ਲੋਕਾਂ ਦੇ ਸਮਝ ਵਿੱਚ ਸੀਗਾ ਆ ਰਿਹਾ so that's why we have such a diversity ਜਿਹੜੀ ਸਾਡੀ ਲੈਂਗੁਏਜ ਹਾਂਜੀ ਇਸ ਤਰ੍ਹਾਂ ਇਹਨਾਂ ਦੀਆਂ ਬੋਲੀਆਂ ਜਿਹੜੀਆਂ ਨੇ ਇਹ ਬਦਲਦੀਆਂ ਰਹਿੰਦੀਆਂ ਨੇ ਹਰ ਸ਼ਬਦ ਹੈ
ਉਹ ਇੱਕ ਜੂਨ ਭੋਗਦਾ ਆਪਣੀ। ਹਰ ਸ਼ਬਦ ਜਿਹੜਾ ਸੰਸਕ੍ਰਿਤ ਨੂੰ ਤੇ ਬ੍ਰਾਹਮਣਾਂ ਨੇ ਕਾਬੂ ਚ ਕਰ ਲਿਆ ਵੀ ਇਹ ਕਿਸੇ ਹੋਰ ਨੇ ਬੋਲਣੀ ਨਹੀਂ। ਲੋਕਾਂ ਤੇ ਬੋਲਣੀ ਸੀ ਨਾ ਕੋਈ ਬੋਲੀ, ਲੋਕਾਂ ਨੇ ਫਿਰ ਬਦਲ ਕੇ ਬੋਲਣੀ ਸ਼ੁਰੂ ਕਰਤੀ। ਇਸ ਤਰ੍ਹਾਂ ਹਰ ਬੋਲੀ ਹਿੰਦੁਸਤਾਨ ਦੀਆਂ ਜਿੰਨੀਆਂ ਬੋਲੀਆਂ ਨੇ ਉਹ ਸੰਸਕ੍ਰਿਤ ਤੋਂ ਪ੍ਰਕਿਰਤ प्रकृत का की मतलब होया ज्ञानी धर्म सिंह जी? प्रकृत में हर एक बोली दी देखो, हर एक बोली दी प्राकृत है, फिर हर बोली च अपभ्रंश है, फिर मॉडर्न इंडियन लैंग्वेजेस का जन्म है। इस तरह सारे हिंदुस्तान दियां बोलियां प्रकृतां चो संस्कृत तो प्रकृत बनिया, प्रकृत तो अपभ्रंश बनिया, ते अपभ्रंश तो मॉडर्न इंडियन लैंग्वेज असी पंजाबी कह लो तां जिन्नियां भी बंगाली जितनी मराठी ये सारियां अपभ्रंश तो अगलियां स्टेजेस ने। तो संस्कृत तो चलियां ते ये स्टेजेस बलदियां हुईयां। ठीक है जी। ते सो प्रकृति दा मतलब ये होया जी भी किरता हुई जिहड़ी अपनी ते प्रकृति जिहड़ी दूजे दी। हर बोली दे विच अपभ्रंश होएगी। अपभ्रंश तो जिदा मराठी है, मराठी दी अपभ्रंश हो गई मराठी आ गई, पंजाबी दी अपभ्रंश हो पंजाबी आ गई। संस्कृत सारियां दी दादी अपना नानी या परनानी कह लो, जिहदे विचों बोलियां जिहड़ियां ने आईयां और जिहड़ियां भाषावां जिहड़ियां ने वरतियां जांदे ने। जिहड़े प्रचार करदे ने उन्हां नूं इस चीज दा पर्सनल ज्ञान है। हुण इंग्लैंड च जाईदा, उत्थे कई बारी अंग्रेजां दी सभावां जाना वे ते अच्छा कोई टाइम दा कंट्रोल रखोगे? हाँ जी ठीक है जी। आप फिर ऐ करते हैं, नेटवर्क प्रॉब्लम आ रही है, सो वी विल skip that part. We are going to close soon. Just 1 minute for everyone to say the last words before we change. अपने ज्ञानी धर्म सिंह जी तुहाडे तो शुरू कर दे। हाँ जी, मैं ते ਇਹੋ ਬੇਨਤੀ ਕਰੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੱਚੀ ਮਾਨਵਤਾ ਦੇ ਨੇ। ਇਹਨਾਂ ਤੇ ਕੋਈ ਆਪਣਾ ਇੱਕ ਕੋਈ ਕਮਿਊਨਿਟੀ ਕੋਈ ਆਪਣਾ ਹੱਕ ਨਹੀਂ ਜਤਾ ਸਕਦੀ। ਗੁਰੂ ਸਾਹਿਬ ਜੀ ਨੇ ਦੇਸਾਂ ਮਜ਼ਹਬਾਂ ਭੇਖਾਂ ਬੋਲੀਆਂ ਸੱਭਿਆਚਾਰਾਂ ਤੋਂ ਉੱਪਰ ਉੱਠ ਕੇ ਤੇ ਕਰੈਕਟਰ ਆਚਰਣ ਸ਼ੁਭ ਗੁਣਾਂ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ ਹੈ। ਤੇ ਜਿਹਦੇ ਸਦਕਾ ਆਪ ਵੀ ਬੰਦਾ ਸੁਖੀ ਹੁੰਦਾ ਤੇ ਦੂਸਰਿਆਂ ਨੂੰ ਸੁੱਖ ਪਹੁੰਚਾ ਸਕਦਾ। ਹਾਂਜੀ ਥੈਂਕ ਯੂ ਜੀ। ਪ੍ਰੋਫੈਸਰ ਆਪਣੇ ਸੁਚਾ ਸਿੰਘ ਜੀ। ਹਾਂਜੀ ਦੇਖੋ, ਇਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਬਹੁਤ ਕੁਛ ਅਸੀਂ ਤੇ ਹਾਲੀ ਦੇਖੋ ਲੈਂਗੁਏਜ ਦੇ ਵਿੱਚ ਫਸ ਗਏ ਆ, ਜਾਂ ਕੁਛ ਜਿਹਨੂੰ ਪ੍ਰੋਨਾਂਸੀਏਸ਼ਨ ਵਗੈਰਾ ਸਾਡੇ ਤਾਂ ਉੱਥੇ ਅਸੀਂ ਫਸੇ ਹੋਏ ਆ ਜੀ। ਇਹਦਾ ਭਾਵ ਅਰਥ ਤੇ ਸਾਡੇ ਐਂ ਲੱਗਦਾ ਕਿ ਹਾਲੇ ਕੋਹਾਂ ਦੂਰ ਅਸੀਂ ਉਸ ਤੋਂ ਬੈਠੇ ਆ ਜੀ। ਤੋ ਆਪ ਭ੍ਰੰਸ਼ ਵਗੈਰਾ ਦੀ ਜਿਹੜੀ ਗੱਲ ਹੋ ਰਹੀ ਹੈ, ਕੋਈ ਇੰਨੀ ਬਹੁਤੀ ਵੱਡੀ ਲੰਬੀ ਚੌੜੀ ਇਹਦੇ ਵਿਆਖਿਆ ਦੀ ਸਾਨੂੰ ਜ਼ਰੂਰਤ ਨਹੀਂ ਹੈ ਕਿ ਕਿੰਨੀਆਂ ਲੈਂਗੁਏਜਸ ਇਹਦੇ ਵਿੱਚ ਹੈਗੀਆਂ ਜਾਂ ਕਿੱਥੋਂ ਆ ਰਹੀਆਂ ਕਿੱਥੋਂ ਨਹੀਂ ਆ ਰਹੀਆਂ। ਵੈਸੇ ਵੀ ਸੰਸਕ੍ਰਿਤ ਪੁਰਾਤਨ ਭਾਸ਼ਾ ਨਹੀਂ ਹੈਗੀ। ਜਿਹੜੇ ਕਈ ਲੋਕ ਵਿਦਵਾਨ ਕਹਿੰਦੇ ਆ ਕਿ ਪੰਜਾਬੀ ਅਸਲ ਦੇ ਵਿੱਚ ਪੰਜਾਬੀ ਭਾਸ਼ਾ ਹੈ ਹਿੰਦੁਸਤਾਨ ਦੇ ਰੀਜਨ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਪੰਜਾਬੀ। ਉਹਦੇ ਸਰੂਪ ਕਈ ਹੋਣਗੇ ਪਿੱਛੇ ਜਾ ਕੇ। ਤੇ ਵੈਸੇ ਵੀ ਤੁਸੀਂ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਜਿਹੜੀ ਮੈਂ ਇੱਥੇ ਪੜ੍ਹਦਾ ਹੁੰਦਾ ਸੀ ਕਾਲਜ ਦੇ ਜਦੋਂ, ਤੇ ਉੱਥੋਂ ਪ੍ਰੋਫੈਸਰ ਨੇ ਇੱਕ ਨੇ ਗੱਲ ਕੀਤੀ ਸੀ ਤੇ ਉਹ ਕਹਿੰਦਾ ਕਿ ਜਿਹੜਾ ਪੁਰਾਤਨ ਜਿਹੜੀ ਭਾਸ਼ਾ ਹੋਏਗੀ ਨਾ ਜੀ, ਉਹ ਹਮੇਸ਼ਾ ਰਾਈਟ ਟੂ ਲੈਫਟ ਚੱਲੇਗੀ। ਰੀਜ਼ਨ ਉਹਦਾ ਹੁੰਦਾ ਸੀ ਉਹ ਕਹਿੰਦਾ ਕੋਈ ਵੀ ਜਿਹੜੀ ਪੁਰਾਤਨ ਭਾਸ਼ਾ ਹੁੰਦੀ ਹੈ ਉਹ ਰਾਈਟ ਟੂ ਲੈਫਟ ਚੱਲਦੀ ਹੈ। ਜਿਸ ਤਰ੍ਹਾਂ ਹੀਬਰੂ ਹੈ, ਜਿਸ ਤਰ੍ਹਾਂ ਅਰੈਬਿਕ ਹੈਗੀ ਹੈ, ਠੀਕ ਹੈ ਜੀ, ਤੇ ਜਿਸ ਤਰ੍ਹਾਂ ਚਾਈਨੀਜ਼ ਹੈਗੀ ਹੈ। ਤੇ ਉਹ ਜਿਹੜੀ ਉਹਦਾ ਰੀਜ਼ਨ ਹੈਗਾ ਬੜਾ ਸਾਫ਼। ਉਹ ਕਹਿੰਦਾ ਕਿ ਖੱਬੇ ਹੱਥ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ਪੱਥਰਾਂ ਤੇ ਲਿਖਦੇ ਸੀਗੇ ਤਰਾਸ਼ ਕੇ, ਤੇ ਖੱਬੇ ਹੱਥ ਦੇ ਵਿੱਚ ਛੈਣੀ ਹੁੰਦੀ ਹੈ ਚੀਜ਼ਲ, ਤੇ ਸੱਜੇ ਹੱਥ ਦੇ ਵਿੱਚ ਹਮੇਸ਼ਾ ਥੋੜਾ ਹੁੰਦਾ ਹੈ। ਤੇ ਉਹ ਫਿਰ ਇਸ ਤਰ੍ਹਾਂ ਚੱਲਦਾ ਹੈ। ਓਕੇ, ਉਹ ਫਿਰ ਸੱਜੇ ਪਾਸਿਓਂ ਖੱਬੇ ਨੂੰ ਹੀ ਜਾਇਆ ਜਾ ਸਕਦਾ, ਖੱਬੇ ਤੋਂ ਇਸ ਤਰ੍ਹਾਂ ਸੱਜੇ ਨਹੀਂ ਜਾ ਸਕਦਾ। ਓਕੇ ਜੀ। ਇਸ ਕਰਕੇ ਸੰਸਕ੍ਰਿਤ ਜਿਹੜੀ ਹੈ ਪੁਰਾਤਨ ਭਾਸ਼ਾ ਨਹੀਂ ਹੈਗੀ, ਸਾਨੂੰ ਮੰਨਣਾ ਚਾਹੀਦਾ ਇਸ ਚੀਜ਼ ਨੂੰ। ਸੰਸਕ੍ਰਿਤ ਬਹੁਤ ਨਵੀਂ ਭਾਸ਼ਾ ਹੈ, ਪੰਡਤਾਂ ਦੀ ਆਪਣੀ ਕਾਢ ਹੈ। ਇਹ ਪੁਰਾਤਨ ਨਹੀਂ ਹੈ, ਇਹ ਬਿਲਕੁਲ ਜੰਗ ਜੀ ਭਾਸ਼ਾ ਹੈਗੀ ਹੈ। ਪੰਜਾਬੀ ਤੁਸੀਂ ਦੇਖ ਸਕਦੇ ਹੋ, ਪੰਜਾਬੀ ਦੇ ਵਿੱਚ ਇੰਨੀ ਜ਼ਿਆਦਾ ਰਿਚਨੈਸ ਹੈਗੀ ਹੈ ਕਿ ਇੰਨੇ ਜ਼ਿਆਦਾ ਸ਼ਬਦ ਜਿਨ੍ਹਾਂ ਦੇ ਕੋਈ ਹਿਸਾਬ ਹੀ ਨਹੀਂ ਹੈਗਾ। ਕੋਈ ਮਾੜੀ ਜੀ ਗੱਲ ਕਹਿ ਦੇਵਾਂ ਜੀ, 1 ਸੈਕਿੰਡ ਲੈ ਕੇ। ਇੱਕ ਆਪਣੇ ਫਰੀਦ ਸਾਹਿਬ ਜੀ ਦਾ ਇੱਕ ਸ਼ਬਦ ਹੈ ਜੀ, ਉਹ ਕਹਿੰਦੇ ਆਪਣ ਹੱਥੀਂ ਜੋਲ ਕੈ ਗਾਲ ਲੱਗੈ ਧਾਏ। ਅਗਾਂਹ ਦੀ ਲਾਈਨ ਹੈਗੀ ਹੈ, ਵਾਲੋਂ ਨਿੱਕੀ
ਪੁਰ ਸਲਾਤ, ਠੀਕ ਹੈ ਜੀ, ਕੰਨੀ ਨਾ ਸੁਣੀ ਆਏ। ਉਹ ਪੁਰ ਸਲਾਤ ਕੋਈ ਸ਼ਬਦ ਨਹੀਂ ਹੁੰਦਾ, ਇਹਨੂੰ ਕਹਿੰਦੇ ਹੁੰਦੇ ਅਪਭ੍ਰੰਸ਼ ਹੋਇਆ ਹੋਇਆ ਸ਼ਬਦ। ਓਕੇ ਜੀ, ਇਹ ਅਪਭ੍ਰੰਸ਼ਕ ਸ਼ਬਦ ਹੈਗਾ ਆ। ਬਾਲੋਂ ਲਿਖੀ ਸ਼ਬਦ ਹੈ ਅਸਲੀਅਤ ਦੇ ਵਿੱਚ, ਜਾਨੀ ਜਦੋਂ ਪੁਰਾਤਨ ਸੀਗਾ ਉਸ ਵੇਲੇ ਅਪਭ੍ਰੰਸ਼ ਹੋਣ ਤੋਂ ਪਹਿਲਾਂ ਸੀ ਪੁਲ ਸਿਰਾਤ, 16 ਦਾ ਪੁਲ, ਬਾਲੋਂ ਨਿੱਕੀ ਪੁਲ ਸਿਰਾਤ, ਠੀਕ ਹੈ ਜੀ। ਲੇਕਿਨ ਬਦਲ ਕੇ ਉਹ ਅਪਭ੍ਰੰਸ਼ ਹੋ ਕੇ ਲੋਕ ਉਹਨੂੰ ਪੁਰ ਸਲਾਤ ਕਹਿਣ ਲੱਗ ਪਏ ਸੀਗੇ ਤੇ ਉਹ ਪ੍ਰਚਲਿਤ ਹੋ ਗਿਆ, ਪੁਲ ਸਿਰਾਤ ਵਿਸਰ ਗਿਆ। ਇਹਨੂੰ ਅਪਭ੍ਰੰਸ਼ ਕਹਿੰਦੇ ਹੁੰਦੇ ਅਸਲ ਚ। ਤੋ ਇਹ ਹੈਗਾ ਬਾਲੋਂ ਨਿੱਕੀ ਪੁਰ ਸਲਾਤ, ਅਸੀਂ ਐਵੇਂ ਪੜਾਂਗੇ ਹੁਣ, ਲੇਕਿਨ ਮੀਨਿੰਗ ਇਹਦਾ ਪੁਲ 16 ਦਾ ਮੀਨਿੰਗ ਇਹਦਾ ਉਹੀ ਆ, ਪਹਿਲਾਂ ਪੁਲ ਸਿਰਾਤ ਹੁੰਦਾ ਸੀ। ਚਲੋ ਜੀ, ਮੈਂ ਜ਼ਿਆਦਾ ਕਰਨਾ ਚਾਹਾਂ। ਥੈਂਕ ਯੂ ਜੀ। ਆਪਣੇ ਡਾਕਟਰ ਕੁਲਵਿੰਦਰ ਸਿੰਘ। ਹਾਂਜੀ ਸਰ। ਸਰ ਇੱਕ ਤੇ ਜਿਹੜਾ ਸ਼ਬਦ ਆ ਰਿਹਾ ਸੀ ਨਾ, ਯਕਰਜ਼ ਗੁਫਤਮ ਪੇਸ਼ ਤੋਦਰ ਗੋਸ਼ਟੁਨ ਕਰਤਾਰ, ਉਹਦੇ ਚ ਜਿਹੜਾ ਪਰਾਂਦਰਾ ਲਫ਼ਜ਼ ਆਇਆ ਸੀ ਨਾ, ਉਹਦੇ ਬਾਰੇ ਮੈਂ ਡਿਸਕਸ ਕਰਨਾ ਚਾਹੁੰਦਾ। ਉਹ ਸ਼ਬਦ ਹੈ ਜ਼ਨ। ਕਿਹੜਾ ਸ਼ਬਦ? ਸੌਰੀ ਇੱਕ ਮਿੰਟ ਫੇਰ ਬੋਲ, ਕਿਹੜਾ ਸ਼ਬਦ ਕਹਿੰਦੇ? ਯਕਰਜ਼ ਗੁਫਤਮ ਪੇਸ਼ ਤੋਦਰ। ਹਾਂਜੀ ਹਾਂਜੀ। ਤੇ ਉਹਦੇ ਚੋਂ ਜ਼ਨ, ਪਿਸਰ, ਪਦਰ, ਬਿਰਾਂਦਰਾ, ਬਿਰਾਂਦਰਾ ਬਾਰੇ ਨਾ ਉਹਨਾਂ ਨੇ ਤਾਂ ਕਿਹਾ ਸੀ ਬ੍ਰਦਰ ਤੋਂ ਆਇਆ। ਮੈਂ ਜੋ ਪੜ੍ਹਿਆ ਨਾ ਉਹਦੇ ਚ ਹੈਗਾ ਜ਼ਨ ਕਹਿੰਦੇ ਨੇ ਵਾਈਫ ਨੂੰ, ਪਿਸਰ ਮੀਨਸ ਸਿਬਲਿੰਗਸ, ਬੱਚੇ ਸਾਡੇ, ਪਦਰ ਮੀਨਸ ਪੇਰੈਂਟਸ, ਐਂਡ ਬਰਾਦਰਾ ਮੀਨਸ ਬਰਾਦਰੀ। ਬਰਾਦਰੀ, ਬ੍ਰਦਰਹੁੱਡ। ਹਾਂਜੀ ਹਾਂਜੀ ਹਾਂਜੀ, ਬਰਾਦਰੀ। ਕਸ ਦੇਸ਼ ਦਸਤੰਗੀਰ, ਕਿ ਇਹ ਤੇਰਾ ਸਾਥ ਨਹੀਂ ਦੇ ਸਕਦੇ ਆਖਰੀ ਸਮੇਂ ਦੇ, ਜੋ ਮੈਂ ਪੜ੍ਹਿਆ। ਦੂਸਰਾ ਗੱਲ, ਜਿਸ ਤਰ੍ਹਾਂ ਸਾਡੀ ਡਿਸਕਸ਼ਨ ਸ਼ੁਰੂ ਹੋਈ ਸੀ ਉਹਨਾਂ ਤੋਂ, ਭਾਈ ਡੀਐਸਸੀ ਜੀ ਤੋਂ, ਇਹ ਜਦੋਂ ਅਸੀਂ ਸ਼ਬਦ ਕਿਸੇ ਨੂੰ ਡਿਸਕਸ ਕਰਦੇ ਨਾ, ਐਕਚੁਅਲੀ ਅਸੀਂ ਵੱਖਰੇ ਵੱਖਰੇ ਮੰਡਲ ਚ ਉਹਨੂੰ ਸੋਚ ਰਹੇ ਹੁੰਦੇ ਹਾਂ। ਕਈ ਵਾਰੀ ਸਰੀਰਕ ਮੰਡਲ ਤੇ, ਕਈ ਵਾਰੀ ਮਾਨਸਿਕ ਮੰਡਲ ਤੇ, ਕਈ ਵਾਰੀ ਆਤਮਿਕ ਮੰਡਲ ਤੇ। ਮੈਂ ਆਨੰਦ ਸਾਹਿਬ ਦੇ ਸ਼ਬਦ ਨਾਲ ਉਹਨੂੰ ਕਲੀਅਰ ਕਰਨਾ ਚਾਹੁੰਦਾ, ਜੋ ਮੇਰਾ ਕੰਸੈਪਟ ਹੈ ਉਹਦੇ ਬਾਰੇ, ਕਿ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਆਨੰਦ ਸਾਹਿਬ ਤੇ ਇਹ ਸ਼ਬਦ ਪੜ੍ਹਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਹੁਣ ਇਹ ਬੜੀ ਕੁਐਸਚਨ ਹੈ। ਆਪੇ ਹੀ ਇਕੱਠ ਕਹਿਤਾ ਤੇ ਆਪੇ ਕਹਿੰਦੇ ਉਹਦੀ ਕਹਾਣੀ ਕਰੀਏ। ਜਦੋਂ ਇਕੱਠ ਹੀ ਹੈ ਤੇ ਕਹਾਣੀ ਕਿੱਦਾਂ ਕਰਾਂਗੇ ਆਪਾਂ ਉਹਦੀ? ਸੋ ਇਟ ਹੈਜ਼ ਵੈਰੀ ਡੀਪ ਮੀਨਿੰਗ। ਸਾਨੂੰ ਗੁਰੂ ਦੀ ਗੱਲ ਕਰਨ ਲੱਗਿਆ ਇਹ ਸੋਚਣਾ, ਮੰਨ ਲੈਣਾ ਪਏਗਾ ਕਿ ਅਸੀਂ ਉਹਨੂੰ ਡਿਸਕਸ ਨਹੀਂ ਕਰ ਸਕਦੇ। ਠੀਕ ਹੈ, we will touch about it more next time, ਹੈ ਜੀ। ਤੇ ਪਾਟਿਆ ਸਾਹਿਬ। ਜ਼ਿਆਦਾ ਨਹੀਂ, ਮੈਂ ਵਿੱਚੋਂ ਇੰਟਰਪਸ਼ਨ ਹੋ ਗਈ। ਮੈਂ ਗੱਲ ਕਰ ਰਿਹਾ ਸੀ, ਉਹ ਸੈਨੇਟਰ ਨੀਲਸਨ ਕੈਲੀਫੋਰਨੀਆ ਦੇ ਸੀ, ਉਹਨਾਂ ਦੀ ਕਾਲ ਆਈ ਸੀ। ਤੇ ਖੈਰ ਚਲੋ, ਮੇਰਾ ਇਹ ਹੈ ਕਿ ਜੋ ਗੁਰੂ ਸਾਹਿਬ ਕਿਉਂਕਿ ਟਰੈਵਲ ਬਹੁਤ ਕੀਤਾ ਹੈ, ਇਸ ਵਾਸਤੇ ਉਹ ਤਾਂ ਲੋਕਾਂ ਨੂੰ ਐਂਡੀਅਰ ਕਰਦੇ ਸੀ, ਜਿੱਥੇ ਜਾਂਦੇ ਸੀ ਉਹਨਾਂ ਦੀ ਬੋਲੀ ਵਿੱਚ ਆਪਣੇ ਵਿਚਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ। ਇਸ ਵਾਸਤੇ ਬਹੁਤ ਸਾਰੀ ਬੋਲੀਆਂ ਜੋ ਹੈਗੀਆਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਨੇ। ਤੇ ਬਾਕੀ ਇਹ ਵੀ ਕਹਾਂਗਾ ਕਿ ਦੂਸਰੇ ਗੁਰੂ ਨੇ ਜੋ ਗੁਰਮੁਖੀ ਦੇ ਸ਼ਬਦ ਡਿਵੈਲਪ ਕੀਤੇ ਨੇ ਜਾਂ ਇੰਪਰੂਵ ਕੀਤੇ ਨੇ, ਉਹਦਾ ਇਹ ਰੀਜ਼ਨ ਸੀਗਾ ਕਿਉਂਕਿ ਪੰਡਤ ਜੋ ਹਿੰਦੀ ਸੀ ਉਹ ਆਮ ਲੋਕਾਂ ਨੂੰ ਪੜ੍ਹ ਨਹੀਂ ਸੀ ਦਿੰਦੇ। ਇਸ ਵਾਸਤੇ ਉਹਨਾਂ ਨੂੰ ਲਿਪੀ ਵੀ ਆਪਣੀ, ਅਲਫਾਬੈਟ ਵੀ ਆਪਣੀ ਕ੍ਰੀਏਟ ਕਰਨੀ ਪਈ, ਸੋ ਦੈਟ ਆਮ ਜਨਤਾ ਜੋ ਹੈ ਉਸਨੂੰ ਪੜ੍ਹ ਸਕੇ, ਲਰਨ ਕਰ ਸਕੇ। ਸੋ ਇਹ ਮੇਰੇ ਹੰਬਲ ਥਾਟਸ। ਥੈਂਕ ਯੂ ਜੀ। जगदीश जी, कोई for 1 minute, any last comments? ये सही बात है कि दुनिया में सबसे ज्यादा भाषा को समझने वाले हिंदी भाषी लोग हैं, और इस भाषा में भी बहुत सारे चीजों की जानकारी हमें अगर हो और बहुत सारे लोगों को इस भाषा में उनकी जानकारी हो, जैसा भी अभी आप डिबेट ये बता रहे हैं, मैं बहुत विस्तार से सुन रहा था। मैं पंजाबी बोल नहीं सकता लेकिन थोड़े बहुत समझता हूँ। तो ये सच है कि गुरु ग्रंथ साहिब में जो सारे 42 कवियों की जो विचारधारा को उसमें समाहित किया गया है, अगर उसके एक शब्द को कहें भगत कबीर दास की कि पोथी पढ़ पर जग मोहा पंडित भया न कोय, आई आकर प्रेम का पढ़े तो पंडित होए। तो ये एक शब्द में अगर कहें तो ये सत्य का मार्ग को कह सकते हैं कि ये सच्चा है और सत्य है, सतनाम है, यही है। और इस मूल मंत्र को अगर विस्तार जाए तो महासागर है गुरु ग्रंथ साहिब। Thank you, thank you. Parminder, you want to say something as a last comment? Parminder Singh? Achha. Chalo, I really want to thank you, all of you, for your participation. It's been a very fruitful discussion. This is our introduction to Guru Granth Sahib. Next time we'll continue further on it with emphasis on Guru Nanak Bani.
and how we learn lessons, because our founder, the whole foundation is by Guru Nanak Sahib. And so whatever you, from your study and experience, you can contribute and discuss about, will be highly appreciated. So thank you again for all your participation, and I look forward to see you next time. And thank you for all the audience for your valuable time. And please, if you're not subscribing, subscribe to the program again. All the mistakes which we have done are our own. There's no way we can compare any one thing with the other. I see Dr. Inderjeet Singh's picture now, but our program is to end now. Hello? So we'll have to say goodbye at this moment, and thank you again, the participants and the audience. Vaheguru Ji Ka Khalsa, Vaheguru Ji Ki Fateh.